दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कुमाए जिन जीते पंच बेकार। तिन संतन को बंदना सिर चरणन पर धार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। सब मुनीना ईशर रिख देवा। धन धन तम उत्तम पेवा। जो बैराठ रूप करतारा। तेह को माना हुआ देह तुम्हारा। सब मुनीना ईशर रिख देवा। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। पंथ दे वाले साहिबे कमाल अमृत के दाते। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब सच्चे पातशाह जी महाराज। आप गुरु की संगतां श्री गुरु ग्रंथ साहिब महाराज जी के पवित्र दर्शन करके लाहा प्राप्त कर रहे हो। संध्या के समय के सुंदर दरबार दीवान सजे हैं। बेअंत संगतां ने गुरु महाराज के चरणों में हाज़री भरी है। तिल फुल भेटा सतगुरु जी के चरणों में अर्पण करके मन इच्छित मन भाउंदे फलों की प्राप्ति की है। हुण जो सतगुरु नानक साहिब जी की पवित्र कथा आपां सुन रहे हाँ, पढ़ रहे हाँ, विचार रहे हाँ, उस कथा का समा होया है। जिस तरह गुरु नानक साहिब महाराज सच्चे पातशाह जी साल सराए जौहरी नूं ते उस दे दास नूं तार करके पटना साहिब तो चलना कीता ते चलदियां चलदियां समुंदर के किनारे ते जदों आए उत्थे एक मੱਛ जिहड़ा किनारे ते लगा होया सी, जिहड़ा 35 कोह तक लम्मा सी, जिहदा विस्तार है। उस उपर सतगुरु जी चढ़ गए, नाल ही भाई मरदाना भाई बाला। गुरु साहिब जी ने कहा भी भाई तुसीं जाणदे हो आपां किस उपर चढ़े जा रहे हैं, तुरे जा रहे हैं। भाई बाला जी कहते भी महाराज सानू की पता है, असीं की जानते हैं, ये तो तुसीं जानते हो किते जा रहे हैं। तुसीं तो सानू जिन्ना जना देंदे उन्ना जानते हैं, जिन्ना दिखा देंदे उन्ना देख लेने हैं। सतगुरु जी कहन लगे भी ये मੱਛ है बहुत तगड़ा, जिहदे उपर आपां किन्ने समय तो चले जा रहे हैं। आपां होर भी इसदा बड़ा विस्तार है, आपां इहदे अंत तक जाना भी किन्ना क तगड़ा ये। अखीरी चलदियां चलदियां जिथे वो मੱਛ दा सिर है उहदे उपर जा डेरा कीता। भाई मरदाना जी ने इधर उधर वेख्या, जदों
ਮੱਛ ਦਾ ਮੁੱਖ ਦੇਖਿਆ ਬੜਾ ਤਕੜਾ ਫੈਲਿਆ ਹੋਇਆ, ਅੱਖਾਂ ਦੇਖੀਆਂ ਵੱਡੀਆਂ ਵੱਡੀਆਂ। ਘਬਰਾਏ ਹੈ ਤੇ ਕਿਹਾ ਵੀ ਮਹਾਰਾਜ ਤੁਹਾਡੀ ਜਿਹੜੀ ਗੱਤ ਮੇਰੇ ਤੋਂ ਤੁਹਾਨੂੰ ਬਣ ਆਉਂਦੀ ਹੈ, ਤੁਹਾਡੀਆਂ ਕੁਦਰਤਾਂ ਮਹਾਨ ਹਨ। ਸਤਿਗੁਰੂ ਜੀ ਕਹਿੰਦੇ ਵੀ ਚੁੱਪ ਕਰੋ ਭਾਈ ਮਰਦਾਨਾ ਜੀ, ਚੁੱਪ ਕਰਕੇ ਸਾਡੇ ਪਿੱਛੇ ਪਿੱਛੇ ਚੱਲਦੇ ਆਓ। ਕਹਿੰਦੇ ਮਹਾਰਾਜ ਤੁਸੀਂ ਨਾਲ, ਫਿਰ ਸਾਨੂੰ ਕਾਹਦਾ ਡਰ ਹੈ, ਕਾਹਦੀ ਚਿੰਤਾ। ਸਤਿਗੁਰੂ ਜੀ ਕਹਿਣ ਲੱਗੇ ਵੀ ਅਗਲੇ ਪਾਸੇ ਬਹੁਤ ਵੱਡੀ ਬਲਾ ਆ ਰਹੀ ਹੈ, ਭਿਆਨਕ ਰੂਪ ਵਾਲੀ, ਜਿਹਦੇ ਕਾਲੇ ਕਾਲੇ, ਜਿਹਦੇ ਕਾਲਾ ਰੰਗ ਹੈ, ਅੱਖਾਂ ਖੂਨ ਵਾਂਗ ਲਾਲ ਰਹਿੰਦੀਆਂ, ਤੇ ਜਿਹੜੀ ਹੱਥ ਵਿੱਚ ਉਹਨੇ ਖੂਨ ਦੇ ਪੀਣ ਵਾਲੇ ਠੂਠੇ ਖੱਪਰ ਫੜੇ ਹੋਏ ਹੈ, ਗਲਾਂ ਵਿੱਚ ਮਨੁੱਖਾਂ ਦੀਆਂ ਅੰਦਰਾਂ ਪਾਈਆਂ ਹੋਈਆਂ, ਉਹ ਅੱਗੇ ਬਲਾ ਆ ਰਹੀ ਹੈ। ਸੁਣ ਕੇ ਭਾਈ ਮਰਦਾਨਾ ਡਰ ਗਿਆ, ਕਹਿੰਦਾ ਮਹਾਰਾਜ ਫਿਰ ਅੱਗੇ ਕਾਹਨੂੰ ਚਲੇ ਜਾ ਰਹੇ ਹੋ, ਆਪਾਂ ਛੇਤੀ ਮੁੜ ਕੇ ਪਿਛਾਂਹ ਚੱਲੀਏ। ਗੁਰੂ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਵੀ ਮਰਦਾਨਿਆ ਜੇ ਅਸੀਂ ਪਿੱਛੇ ਗਏ ਨਾ ਚਲੇ ਤੇ ਇਹਨੇ ਦੌੜ ਕੇ ਤੈਨੂੰ ਫੜ ਲੈਣਾ ਹੈ, ਇਸ ਕਰਕੇ ਅੱਗੇ ਅੱਗੇ ਚੱਲੀ ਜਾ ਹੁਣ ਚੁੱਪ ਕਰਕੇ। ਤੇ ਭਾਈ ਮਰਦਾਨਾ ਕਹਿੰਦੇ ਮਹਾਰਾਜ ਮੈਨੂੰ ਬਚਾ ਲਓ, ਤੁਹਾਨੂੰ ਤੇ ਉਹਨੇ ਕੁਝ ਕਹਿਣਾ ਨਹੀਂ ਹੈ। ਗੁਰੂ ਸਾਹਿਬ ਜੀ ਹੱਸਦੇ ਕਹਿੰਦੇ ਵੀ ਚੱਲੋ ਅੱਗੇ। ਇੰਨੇ ਨੂੰ ਜਿਹੜੀ ਕਲੇ ਆ ਨਾਰਦ ਭਗਤ ਜੀ ਦੀ ਘਰ ਵਾਲੀ ਪਤਨੀ ਮੂੰਹ ਜਿਹਾ ਖੋਲ੍ਹ ਕੇ ਬੜਾ ਤਕੜਾ ਭਿਆਨਕ ਡਰਾਉਣਾ ਭੇਖ ਜਿਹਾ ਬਣਾ ਕੇ ਆ ਰਹੀ ਸਤਿਗੁਰੂ ਜੀ ਵੱਲ ਸਿੱਧੀ। ਉਸ ਵੇਲੇ ਸਮੁੰਦਰ ਦੇ ਜਲ 'ਤੇ ਇੱਕ ਡੰਡਾ ਵੇਖਿਆ ਮਹਾਰਾਜ ਜੀ ਨੇ। ਉਹ ਡੰਡਾ ਬੜੀ ਜ਼ੋਰ ਦੀ ਭੱਜ ਕੇ ਆਈ ਹੈ, ਇਹਦੇ ਮੂੰਹ ਵੱਲ ਚਲਾਇਆ ਹੈ, ਇਹਦੇ ਸੰਗ 'ਚ ਜਾ ਕੇ ਅੜ ਗਿਆ, ਬੜੀ ਔਖੀ ਹੋਣ ਲੱਗੀ, ਤੰਗ ਜੀ ਹੋਣ ਲੱਗ ਕੇ, ਪੀੜ ਹੁੰਦੀ ਹੈ ਗਲ ਵਿੱਚ ਤੇ ਅਥਰੂ ਘੇਰਦੀ ਹੈ। ਇੱਧਰੋਂ ਭਗਤ ਨਾਰਦ ਮੁਨੀ ਜੀ ਭਗਤੀ ਵਿੱਚ ਲੀਨ ਤੁਰੇ ਆ ਰਹੇ ਸੀ, ਗੁਰੂ ਸਾਹਿਬ ਦੇ ਪਾਸ ਆ ਗਏ, ਹੱਥ ਜੋੜ ਕੇ ਤੇ ਜਿਹੜੀ ਆਪਣੀ ਪਤਨੀ ਹੈ ਕਾਲੇ ਉਹਨੂੰ ਛਡਾਉਣਾ ਕੀਤਾ ਕਿ ਮਹਾਰਾਜ ਦਾ ਤਾਂ ਸੁਭਾਅ ਹੀ ਹੈ, ਇਹ ਆਪ ਜੀ ਨੂੰ ਖਾਣ ਦੀ ਕੋਸ਼ਿਸ਼ ਕੀਤੀ ਆ, ਮਾफ़ ਕਰੋ ਇਸ ਨੂੰ। ਗੁਰੂ ਸਾਹਿਬ ਜੀ ਦੀ ਫਿਰ ਉਹ ਨਾਰਦ ਮੁਨੀ ਜੀ ਨੇ ਛਡਾ ਕਰਕੇ ਆਪਣੀ ਪਤਨੀ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ। ਆਪ ਮਹਾਨ ਹੋ ਮਹਾਰਾਜ, ਆਪ ਜੀ ਨੇ ਸਤਯੁਗ ਵਿੱਚ ਵੀ ਨਾਮ ਜਪਾਇਆ ਤੇ ਨਾਲ ਹਠ ਯੋਗ ਬਖਸ਼ਿਆ। ਤ੍ਰੇਤੇ ਵਿੱਚ ਵੀ ਆਪ ਜੀ ਨੇ ਨਾਮ ਜਪਾਇਆ, ਜਗ ਦੀ ਕਿਰਿਆ ਬਖਸ਼ ਦਿੱਤੀ ਵੀ ਜਗ ਵੀ ਕਰਨੇ ਨਾਲ। ਦੁਆਪਰ ਵਿੱਚ 16 ਪ੍ਰਕਾਰ ਦੀ ਪੂਜਾ ਦੇ ਨਾਲ ਨਾਮ ਜਪਾਇਆ। ਹੁਣ ਕਲਯੁਗ ਵਿੱਚ ਆਪ ਨੇ ਜਾਣਿਆ ਵੀ ਜੀਵਾਂ ਦੀ ਬੁੱਧੀ ਥੋੜ੍ਹੀ ਹੈ, ਸਮਾਂ ਥੋੜ੍ਹਾ, ਇਹਨਾਂ ਕੋਲ ਇੰਨੇ ਪੈਸੇ ਵਾਲੇ ਵੀ ਨਹੀਂ ਹੈ। ਇੱਕ ਨਾਮ ਦਾ ਉਪਦੇਸ਼ ਕੀਤਾ ਵੀ ਨਾਮ ਸਿਮਰੋ ਅਤੇ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਆਪ ਸਮੇਂ ਸਮੇਂ ਨਾਲ ਅਵਤਾਰ ਧਾਰਨ ਕਰਦੇ ਹੋ। ਜਦੋਂ ਹੀ ਲੋਕ ਧਰਮ ਨੂੰ ਗਿਲਾਨੀ ਕਰਨ ਲੱਗ ਪੈਂਦੇ ਹੈ, ਅਤਿਆਚਾਰ ਕਰਨ ਲੱਗ ਪੈਂਦੇ ਇੱਕ ਦੂਸਰੇ ਉੱਪਰ, ਧਰਮ ਨੂੰ ਗਿਲਾਨੀ ਨਫ਼ਰਤ ਕਰਨ ਲੱਗ ਪੈਂਦੇ, ਆਪ ਅਵਤਾਰ ਧਾਰਨ ਕਰਕੇ ਤੇ ਉਹਨਾਂ ਨੂੰ ਜਿਹੜਾ ਦੁਸ਼ਟਾਂ ਨੂੰ ਮਾਰਦੇ ਹੋ, ਸੰਤਾਂ ਦੀ ਰੱਖਿਆ ਕਰਦੇ ਹੋ, ਸਭ ਮਰਿਆਦਾ ਕਾਇਮ ਰੱਖਦੇ ਹੋ। ਇਹ ਸਿਫਤ ਕੀਤੀ ਹੈ ਮਹਾਰਾਜ ਦੀ ਨਾਰਦ ਮੁਨੀ ਜੀ ਨੇ। ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਆ। ਫਿਰ ਇਹਦੇ ਤਾਈਂ ਜਿਵੇਂ ਬੋਲੇ ਆ ਬਚਨ, ਉਹ ਪ੍ਰਸੰਗ ਆਪਾਂ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ 'ਚ ਲਵਾਓ ਹਾਜ਼ਰੀਆਂ, ਕੋਈ ਰਸਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਮੁਨੀਨਾ ਈਸ਼ਰ ਰਿਖ ਦੇਵਾ। ਜਦੋਂ ਨਾਰਦ ਮੁਨੀ ਜੀ ਨੇ ਗੁਰੂ ਨਾਨਕ ਸਾਹਿਬ ਦੀ ਉਸਤਤ ਕੀਤੀ ਹੈ, ਮਹਾਰਾਜ ਪ੍ਰਸੰਨ ਹੋ ਕੇ ਨਾਰਦ ਮੁਨੀ ਦੇ ਪਰਥਾਏ ਕਹਿਣ ਲੱਗੇ ਵੀ ਨਾਰਦ ਮੁਨੀ ਜੀ, ਜਿਹੜੇ ਆ ਸਾਰੇ ਬੜੇ ਬੜੇ ਤਗੜੇ ਮੁਨੀ ਹੈ, ਵੱਡੇ ਵੱਡੇ ਰਿਖੀ ਹੈ, ਵੱਡੇ ਵੱਡੇ ਦੇਵਤੇ ਹੈ,
ਉਹਨਾਂ ਸਾਰਿਆਂ ਦੇ ਤੁਸੀਂ ਈਸ਼ਰ ਹੋ, ਉਹਨਾਂ ਸਾਰਿਆਂ ਤੋਂ ਤੁਸੀਂ ਵੱਡੇ ਮਹਾਨ ਹੋ। ਧੰਨ ਧੰਨ ਤਮ ਉਤਮ ਭੇਗਾ। ਨਾਰਦ ਜੀ ਤੁਸੀਂ ਤੇ ਧੰਨ ਹੋ, ਧੰਤਾ ਦੇ ਯੋਗ ਹੋ ਤੁਸੀਂ, ਜਿਨ੍ਹਾਂ ਨੇ ਆ ਪਰਮੇਸ਼ਰ ਦੇ ਉੱਤਮ ਭੇਦ ਨੂੰ ਜਾਣਿਆ ਸਮਝਿਆ ਹੈ। ਜੋ ਬੈਰਾਠ ਰੂਪ ਕਰਤਾਰਾ। ਜੋ ਕਰਤਾਰ ਪਰਮੇਸ਼ਰ ਦਾ ਵਿਰਾਟ ਰੂਪ ਹੈ, ਵੱਡਾ ਸਰੂਪ ਹੈ। ਦੇਹ ਕੋ ਮਨ ਹੋਇਆ ਦੇਹ ਤੁਮਾਰਾ। ਤੁਹਾਡਾ ਜਿਹੜਾ ਦੇਹ ਹੈ, ਸਰੀਰ ਹੈ, ਉਸ ਪਰਮੇਸ਼ਰ ਦੇ ਵਿਰਾਟ ਸਰੂਪ ਦਾ ਮਨ ਹੋ ਰਿਹਾ, ਮਨ ਹੈ ਤੁਹਾਡਾ। ਉਹ ਜੋ ਵਿਰਾਟ ਸਰੂਪ ਪਰਮੇਸ਼ਰ ਹੈ, ਉਹਦੇ ਜਿਹੜਾ ਤੁਹਾਡਾ ਸਰੀਰ ਹੈ, ਮਨ ਹੈ ਉਹਨਾਂ ਦਾ। ਅਤੇ ਉਹ ਵਿਰਾਟ ਸਰੂਪ ਦੋ ਤਰ੍ਹਾਂ ਦੇ ਹੈ, ਇੱਕ ਨਰਗੁਣ ਸਰੂਪ ਅਤੇ ਇੱਕ ਸਰਗੁਣ ਸਰੂਪ। ਜਿਵੇਂ ਧਨਾਸਰੀ ਰਾਗ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ ਹੈ, ਸਹਿਸ ਤਵ ਨੈਨ ਨਨ ਨੈਨ ਹਹਿ ਤੋਹੇ ਕਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧਿ ਵਿਚਲਤ ਮੋਹੀ। ਕਿ ਹੇ ਪਰਮੇਸ਼ਰ ਤੇਰੇ ਹਜ਼ਾਰਾਂ ਹੀ ਨੇਤਰ ਹੈ ਸਰਗੁਣ ਸਰੂਪ ਵਿੱਚ, ਅਤੇ ਨਿਰਗੁਣ ਸਰੂਪ 'ਚ ਤੇਰਾ ਕੋਈ ਨੇਤਰ ਨਹੀਂ ਹੈ। ਤੇਰੇ ਹਜ਼ਾਰਾਂ ਹੀ ਪੈਰ ਹੈ ਸਰਗੁਣ ਸਰੂਪ ਵਿੱਚ, ਅਤੇ ਨਿਰਗੁਣ ਸਰੂਪ 'ਚ ਤੇਰਾ ਕੋਈ ਚਰਨ ਨਹੀਂ ਹੈ। ਹਜ਼ਾਰਾਂ ਹੀ ਤੇਰੇ ਨੱਕ ਹੈ ਸਰਗੁਣ ਸਰੂਪ 'ਚ, ਨਿਰਗੁਣ ਸਰੂਪ 'ਚ ਤੇਰਾ ਕੋਈ ਨੱਕ ਨਹੀਂ ਹੈ। ਹਜ਼ਾਰਾਂ ਹੀ ਤੇਰੀਆਂ ਬਾਹਾਂ ਹੈ, ਤੇਰੇ ਪੇਟ ਹੈ, ਤੇਰੇ ਹਜ਼ਾਰਾਂ ਹੀ ਤੇਰੀਆਂ ਲੱਤਾਂ ਹਨ, ਪਰ ਨਿਰਗੁਣ ਸਰੂਪ 'ਚ ਤੇਰੀ ਕੋਈ ਨਾ ਕੋਈ ਲੱਤ ਹੈ, ਨਾ ਕੋਈ ਪੇਟ ਹੈ, ਨਾ ਕੋਈ ਤੇਰਾ ਮੁੱਖ ਹੈ। ਕਿਉਂਕਿ ਨਿਰਗੁਣ ਚੱਕਰ ਚਿਹਨੋਂ ਬਾਹਰਾ ਸਰੂਪ ਹੈ ਪਰਮੇਸ਼ਰ ਦਾ। ਨਿਰਗੁਣ ਆਪ ਸਰਗੁਣ ਪੀ ਉਹੀ। ਅਤੇ ਉੱਥੇ ਹਜ਼ਾਰ ਲਿਖੇ ਹੋਏ ਆ। ਅਤੇ ਗੀਤਾ ਵਿੱਚ ਵੀ ਸ੍ਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਦਿਖਾਇਆ ਸੀ ਸਾਰਾ ਹੀ ਸਰੂਪ ਆਪਣਾ। ਉਹਦੇ ਵਿੱਚ ਤਾਂ ਇੰਨਾ ਤਗੜਾ ਸਰੂਪ ਦਿਖਾਇਆ ਕਿ ਜਦੋਂ ਅਰਜਨ ਦੀ ਜਿਹੜੀਆਂ ਅੱਖਾਂ ਵੀ ਉਹ ਦੇਖਣ ਰਹਿ ਗਈਆਂ ਸਨ, ਕਿਉਂਕਿ ਅੱਖਾਂ ਵੀ ਜਿਹੜੀਆਂ ਹਿੱਸਾ ਵੇਖ ਸਕਦੀਆਂ, ਕੁਝ ਹਿੱਸਾ ਜਿੰਨਾ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਜਾਂ ਆਸੇ ਪਾਸੇ ਦਾ ਥੋੜ੍ਹਾ ਕੁਝ, ਅੱਖਾਂ ਦੀ ਦ੍ਰਿਸ਼ਟੀ ਵਿੱਚ ਹੀ ਨਹੀਂ ਸੀ ਉਹ ਸਰੂਪ ਆ ਰਿਹਾ। ਅਤੇ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ ਵੀ ਹੇ ਅਰਜਨ ਤੂੰ ਸਾਨੂੰ ਇਹਨਾਂ ਅੱਖਾਂ ਨਾਲ ਤਾਂ ਵੇਖ ਨਹੀਂ ਸਕਦਾ, ਜਿਹੜੀਆਂ ਤੇਰੀਆਂ ਹਾਂ ਅੱਖਾਂ, ਉਹ ਅੱਖਾਂ ਦੀ ਦ੍ਰਿਸ਼ਟੀ ਵੀ ਮਹਾਨ ਬਖਸ਼ੀ ਵੀ ਜਿਸ ਕਰਕੇ ਵੇਖ ਸਕੇ, ਤਾਂ ਵੀ ਨਹੀਂ ਸੀ ਵੇਖਿਆ ਜਾਂਦਾ। ਇੰਨੇ ਸਿਰ, ਇੰਨੀਆਂ ਅੱਖਾਂ, ਇੰਨੇ ਬਾਹਾਂ, ਇੰਨੀਆਂ ਲੱਤਾਂ, ਪੇਟ। ਅਰਜਨ ਦੇਖ ਕੇ ਹੈਰਾਨ ਹੀ ਆਚਰਜ ਹੋ ਗਿਆ, ਹੈ ਪਰਮੇਸ਼ਰ ਤੇਰਾ ਐਸਾ ਸਰੂਪ। ਅਤੇ ਆਹ ਹੁਣ ਜਿੰਨੀਆਂ ਹੀ ਲੱਤਾਂ ਸਾਡੀਆਂ ਹੈ, ਜਿੰਨੀਆਂ ਬਾਹਾਂ ਸਾਡੀਆਂ, ਇਹ ਮਨੁੱਖ ਰੂਪ ਵਿੱਚ ਹੈ, ਪੰਛੀਆਂ ਦੀ, ਜੀਵਾਂ ਦੀਆਂ, ਸਭ ਪਰਮਾਤਮਾ ਦੀਆਂ ਇਹ ਬਾਹਾਂ, ਲੱਤਾਂ, ਅੱਖਾਂ, ਨੱਕ, ਫਿਰ ਤਾਂ ਕੋਈ ਗਿਣਤੀ ਨਹੀਂ ਰਹਿ ਜਾਂਦੀ। ਇੱਕ ਤਾਂ ਇਹ ਵਿਰਾਟ ਸਰੂਪ ਧਨਾਸਰੀ ਰਾਗ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ। ਅਤੇ ਇੱਕ ਸਰੂਪ ਵਿਰਾਟ ਸਰੂਪ ਇਹ ਹੈ, ਸੱਤ ਲੋਕ ਜਿਹੜੇ ਸੱਤ ਆਕਾਸ਼ ਉੱਪਰਲੇ, ਇਹ ਈਸ਼ਰ ਦੇ ਪਰਮੇਸ਼ਰ ਦੇ ਇਹ ਸਿਰ ਹੈ, ਇਹ ਸਿਰ ਹੈ। ਸੱਤੇ ਪਤਾਲ ਉਹਦੇ ਚਰਨ ਹੈ ਪਰਮਾਤਮਾ ਦੇ। ਜਿਹੜਾ ਮੁੱਖ ਹੈ ਇਹ ਅਗਨੀ ਦਾ ਹੈ, ਜਿੰਨੀ ਅੱਗ ਉਹਦਾ ਮੁੱਖ ਹੈ, ਜਿੰਨੀ ਬਨਸਪਤੀ ਹੈ, ਰੁੱਖ, ਜੜੀਆਂ ਬੂਟੀਆਂ, ਘਾਹ ਫੂਸ ਆਦਿਕ, ਇਹ ਉਸ ਪਰਮੇਸ਼ਰ ਦੇ ਰੋਮ ਹੈ। ਹਿਰਦਾ ਵਿਸ਼ਨੂੰ ਹੈ, ਸੱਜੀ ਖੱਬੀ ਬਾਂਹ ਬ੍ਰਹਮਾ ਦੇ ਸ਼ਿਵਜੀ ਹੈ, ਸੂਰਜ ਚੰਦਰਮਾ ਦੇ ਨੇਤਰ ਹੈ, ਜਿੰਨੀਆਂ ਨਾੜਾਂ ਆ ਉਹਦੀਆਂ ਨਦੀਆਂ ਹਨ, ਜਿਹੜੀਆਂ ਨਦੀਆਂ ਸਾਰੀਆਂ ਉਹਦੀਆਂ ਨਾੜਾਂ ਹਨ, ਅਤੇ ਜਿੰਨੀ ਹਵਾ ਹੈ ਉਹ ਉਹਦੇ ਸਵਾਸ ਹੈ, ਜਿੰਨੇ ਬੱਦਲ ਹੈ ਇਹ ਉਹਦਾ ਬੀਰਜ ਹੈ ਪਰਮੇਸ਼ਰ ਦਾ, ਸਮੁੰਦਰ ਉਹਦਾ ਪੇਟ ਹੈ। ਇਸ ਤਰ੍ਹਾਂ ਉਹ ਪਰਮਾਤਮਾ ਦਾ ਜਿਹੜਾ ਮੁੱਖ ਹਿੱਸਾ, ਜਿਹੜਾ ਧਰਮ ਦਾ ਵਰਤਾਰਾ, ਜਿੱਥੇ ਧਰਮ ਦਾ ਵਰਤਾਰਾ ਉੱਥੇ ਪਰਮੇਸ਼ਰ ਦਾ ਅਗਲਾ ਹਿੱਸਾ ਹੈ, ਜਿੱਥੇ ਧਰਮ ਦਾ ਵਰਤਾਰਾ ਉੱਥੇ ਪਰਮੇਸ਼ਰ ਦਾ ਪਿਛਲਾ ਹਿੱਸਾ ਹੈ, ਪਿੱਠ ਹੈ। ਇਹ ਦਾ ਵਿਰਾਟ ਸਰੂਪ ਹੈ ਈਸ਼ਰ ਦਾ, ਪਰਮਾਤਮਾ ਦਾ ਦੂਸਰਾ ਵਿਰਾਟ ਸਰੂਪ। ਕਹਿ ਰਹੇ ਹੈ ਵੀ ਹੇ ਮਹਾਰਾਜ ਕਹਿ ਰਹੇ ਵੀ ਜੋ ਪਰਮਾਤਮਾ ਪਰਮੇਸ਼ਰ ਹੈ, ਵਾਹਿਗੁਰੂ ਭਾਵ ਸਾਡਾ ਸਰੂਪ ਜੋ ਵਿਰਾਟ ਹੈ,
हे ਨਾਰਦ ਮੁਨੀ ਤੂੰ ਉਸ ਵਿਰਾਟ ਸਰੂਪ ਦਾ ਜਿਹੜਾ ਤੇਰੀ ਦੇਹ ਤੇਰਾ ਸਰੀਰ ਉਹ ਮਨ ਹੈ। ਭਗਤ ਸ਼੍ਰੋਮਣ ਪ੍ਰੇਮ ਪਰਬੀਨਾ। ਭਗਤਾਂ ਵਿੱਚੋਂ ਵੀ ਤੂੰ ਸ਼੍ਰੋਮਣੀ ਹੈ, ਪ੍ਰੇਮ ਵਿੱਚੋਂ ਵੀ ਬੜਾ ਸਿਆਣਾ ਹੈ। 11 ਪ੍ਰਕਾਰ ਦੀ ਜਿਹੜੀ ਭਗਤੀ ਹੈ ਉਹਦੇ ਵਿੱਚੋਂ ਵੀ ਤੂੰ ਸ਼੍ਰੋਮਣੀ 11 ਪ੍ਰਕਾਰ ਦੀ ਭਗਤੀ ਕਰਨ ਵਾਲਾ ਹੈ, ਪ੍ਰੇਮ ਤੋਂ ਵੀ ਬੜਾ ਸਿਆਣਾ ਹੈ। ਤੁਮ ਸਮਾਨ ਕੋ ਅਪਰ ਨਾ ਚੀਨਾ। ਤੁਹਾਡੇ ਬਰਾਬਰ ਦਾ ਹੋਰ ਕੋਈ ਅਸੀਂ ਜਾਣਿਆ ਹੀ ਨਹੀਂ ਵੀ ਜੋ ਐਸਾ ਭਗਤੀ ਵਿੱਚੋਂ ਵੀ ਸ਼੍ਰੋਮਣੀ ਹੋਵੇ, ਪ੍ਰੇਮ ਵਿੱਚੋਂ ਵੀ ਸਿਆਣਾ ਹੋਵੇ। ਮਹਾਨ ਕਮਾਈ ਹੈ ਤੁਹਾਡੀ। ਸ੍ਰੀ ਕਰਤਾਰ ਸੋ ਜਸ ਸਾਮਨੀਰਾ। ਨਾਰਦ ਮੁਨੀ ਜੀ ਜੋ ਕਰਤਾਰ ਪਰਮੇਸ਼ਰ ਸ਼੍ਰੋਮਣੀ ਹੈ ਉਹਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਤੇ ਜਲ ਸਮਾਨ ਹੈ, ਨੀਰ ਸਮਾਨ ਹੈ। ਤਿਹ ਕੋ ਮੀਨਾ ਕੀਨ ਮਨ ਧੀਰਾ। ਇਹ ਮਨ ਦੇ ਧੀਰਜ ਨਾਰਦ ਮੁਨੀ ਜੀ ਉਸ ਜੋ ਪਰਮੇਸ਼ਰ ਦਾ ਸ੍ਰੇਸ਼ਟ ਜਸ ਹੈ ਜਲ ਸਮਾਨ, ਉਹਦੇ ਵਿੱਚ ਤੁਹਾਡਾ ਮਨ ਮੱਛੀ ਵਾਂਗ ਹੋ ਰਿਹਾ ਹੈ। ਜਿਵੇਂ ਜਲ ਵਿੱਚ ਮੱਛੀ ਹੁੰਦੀ ਹੈ, ਪਰਮੇਸ਼ਰ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹਦੇ ਵਿੱਚ ਤੁਹਾਡਾ ਮਨ ਮੱਛੀ ਵਾਂਗ ਫਿਰ ਤੁਰ ਰਿਹਾ ਹੈ। ਦਸ ਪ੍ਰਕਾਰ ਮਿਲ ਆਪ ਸਮਾਹੀ। ਇਸ ਪ੍ਰਕਾਰ ਆਪੋ ਵਿੱਚ ਹੀ ਮਿਲ ਕੇ ਸਤਿਗੁਰੂ ਜੀ ਤੇ ਭਗਤ ਨਾਰਦ ਮੁਨੀ ਜੀ ਦੋਹੋਂ ਦਿਸ਼ਨ ਥੋਰੋ ਹਿਤ ਨਾਹੀ। ਦੋਨੋਂ ਤਰਫੀ ਬਹੁਤਾ ਪ੍ਰੇਮ ਹੈ, ਥੋੜਾ ਨਹੀਂ ਹੈ, ਬੇਅੰਤ ਹੈ। ਪੁੰਨ ਨਾਰਦ ਮਨ ਕਲ ਕੋ ਲਿਆਇਓ। ਫਿਰ ਨਾਰਦ ਮੁਨੀ ਜੀ ਜਿਹੜੀ ਆਪਣੀ ਪਤਨੀ ਹੈ ਕਲੇ ਇੱਕ ਪਾਸੇ ਖੜੀ ਸੀ ਉਹਨੂੰ ਕੋਲ ਲਿਆਇਆ ਹੈ। ਭਾਏ ਗੁਰੂ ਪਗ ਬਚਨ ਅਲਾਇਓ। ਗੁਰੂ ਜੀ ਦੇ ਚਰਨੀ ਪਾ ਕੇ ਆਪਣੀ ਪਤਨੀ ਕਲੇ ਨੂੰ ਤੇ ਬਚਨ ਕਿਹਾ। ਭਾਈ ਭੂਲ ਇਸ ਕੀ ਬਖਸ਼ੀ ਜੈ। ਮਹਾਰਾਜ ਇਸ ਤੋਂ ਜੋ ਭੁੱਲ ਹੋ ਗਈ ਹੈ ਕਿ ਆਪ ਨੂੰ ਖਾਣ ਵਾਸਤੇ ਗਾਂਹ ਨੂੰ ਵਧੀ ਸੀ ਵੀ ਮੈਂ ਮੂੰਹ 'ਚ ਪਾ ਲਵਾਂ, ਇਹਦੀ ਜਿਹੜੀ ਭੁੱਲ ਹੋਈ ਉਹਨੂੰ ਬਖਸ਼ ਨਾ ਕਰੀਏ ਜੀ। ਅਬ ਜਾਂ ਪਰ ਨਿਜ ਕਰੁਣਾ ਕੀਜੈ। ਹੁਣ ਇਹਦੇ ਉੱਪਰ ਆਪਣੀ ਕਿਰਪਾ ਹੀ ਕਰੀਏ, ਤਰਸੀ ਕਰੀਏ ਇਹਦੇ ਉੱਪਰ। ਬਹੁਤ ਦਿਵਸ ਕੀ ਸ਼ੁਦਾ ਸੰਤਾਈ। ਉਹ ਗੱਲ ਕੀ ਸੀ ਕਿ ਮੇਰੀ ਪਤਨੀ ਕਲੇ ਸਤਿਗੁਰੂ ਜੀ ਬਹੁਤ ਦਿਨਾਂ ਦੀ ਭੁੱਖ ਨਾਲ ਸਤਾਈ ਹੋਈ ਸੀ। ਮਹਿਮਾ ਤੁਮਰੀ ਲੱਖ ਨਾ ਸਕਾਈ। ਉਹ ਭੁੱਖੀ ਧਿਆਈ ਹੋਣੇ ਕਰਕੇ ਤੁਹਾਡੀ ਮਹਿਮਾ ਨਾ ਜਾਣ ਸਕੀ, ਦੌੜ ਕੇ ਮੂੰਹ ਖੋਲ ਕੇ ਆਈ ਵੀ ਮੈਂ ਖਾ ਲਾਂ ਤੇ ਭੁੱਖ ਮਿਟਾ ਲਾਂ। ਤਿਹ ਕੀ ਸੁਣੀ ਦੀਨਤਾ ਜਬ ਹੀ। ਨਾਰਦ ਮੁਨੀ ਜੀ ਤੋਂ ਦੀਨਤਾ ਵਾਲੀ ਇਹ ਬਾਣੀ ਸੁਣੀ ਹੈ ਵੀ ਇਹ ਬੇਨਤੀਆਂ ਕਰ ਰਿਹਾ ਹੈ। ਵੈ ਕਿਰਪਾਲ ਬਚ ਉਚਰੇ ਤਬ ਹੀ। ਤਦੋਂ ਹੀ ਸਤਿਗੁਰੂ ਜੀ ਨੇ ਕਿਰਪਾਲਤਾ ਵਿੱਚ ਆ ਕੇ ਬਚਨ ਉਚਾਰੇ ਕਹੇ ਹੈ। ਇਹ ਸਰੂਪ ਤੇ ਛਟਵਾਂ ਧਰਹਾਂ। हे ਨਾਰਦ ਮੁਨੀ ਜੀ ਇਹ ਜਿਹੜਾ ਸਾਡਾ ਸਰੂਪ ਇਹ ਪਹਿਲਾ ਸਰੂਪ ਹੈ। ਜਦੋਂ ਅਸੀਂ 6ਵਾਂ ਸਰੂਪ ਧਾਰਨ ਕਰਾਂਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰੂਪ ਵਿੱਚ, ਤਬ ਜਾਂ ਕੋ ਤਾਨਾ ਤ੍ਰਿਪਤ ਸਕਰਹਾਂ। ਸੋ ਕਰਹੋਂ ਫਿਰ ਇਹਦਾ ਜਿਹੜਾ ਸਰੀਰ ਹੈ ਨਾ ਉਹਨੂੰ ਚੰਗੀ ਤਰ੍ਹਾਂ ਤ੍ਰਿਪਤ ਕਰਾਂਗੇ, ਰਜਾਵਾਂਗੇ, ਪੁਜਾਵਾਂਗੇ। ਭਾਵ ਜੇ ਅਸੀਂ 6ਵਾਂ ਸਰੂਪ ਧਾਰਨ ਕਰਾਂਗੇ ਤੇ 6ਵੇਂ ਪਾਤਸ਼ਾਹ ਰੂਪ ਵਿੱਚ ਹੋ ਕੇ ਜੰਗ ਯੁੱਧ ਕਰਾਂਗੇ, ਫਿਰ ਉੱਥੇ ਇਹਦਾ ਪੇਟ ਭਰਾਂਗੇ। ਕਿਉਂਕਿ ਕਲੇ ਮਾਸ ਭਖਣ ਕਰਦੀ, ਖੂਨ ਪੀਣ ਵਾਲੀ ਹੈ। ਬਹੁਰੋ ਦਸਮਾ ਧਰਮ ਅਵਤਾਰਾ। ਮੁੜ ਅਸੀਂ 10ਵਾਂ ਸਰੂਪ ਧਾਰਨ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕਟਾਕਸ਼ ਹੈ ਮਹਾਰਾਜ ਜੀ ਦਾ। ਤਬ ਕਰਹਾਂ ਇੱਕ ਪੰਥ ਕਰਾਰਾ। ਤਦੋਂ ਅਸੀਂ ਫਿਰ ਇੱਕ ਖਾਲਸਾ ਪੰਥ ਸਾਜਾਂਗੇ, ਬੜਾ ਤੇਜ ਕਰਾਰਾ ਸ਼ਕਤੀ ਵਾਲਾ। ਬਹੁਤ ਹੋਣਗੇ ਜਬ ਸੰਗਰਾਮਾ। ਜਦੋਂ ਖਾਲਸਾ ਪੰਥ ਸਾਜਾਂਗੇ ਤੇ ਫਿਰ 22 ਧਾਰ ਦੇ ਰਾਜਿਆਂ ਨਾਲ, ਰੰਗਜੇਬ ਦੁਸ਼ਟ ਨਾਲ, ਇਹ ਜਿਹੇ ਕਈ ਵੈਰੀਆਂ ਨਾਲ ਜੰਗ ਯੁੱਧ ਹੋਣਗੇ ਬੜੇ ਤਕੜੇ। ਤਬ ਜਾਂ ਕੋ ਹੈ ਪੂਰਨ ਕਾਮਾ। ਫਿਰ ਇਹਦੇ ਜਿਹੜਾ ਹੈ ਭੁੱਖ ਦਾ ਕੰਮ ਪੂਰਾ ਕਰਾਂਗੇ। ਫਿਰ ਹੋਵੇਗਾ ਇਹਦਾ ਪੂਰਾ ਭੁੱਖ ਦਾ ਕੰਮ ਕਿ ਉੱਥੇ ਫਿਰ ਜੰਗ ਯੁੱਧ ਹੋਣਗੇ, ਖੂਨ ਵੈਰੀਆਂ ਦੇ ਡੁੱਲਣਗੇ, ਸ਼ਹੀਦਾਂ ਦੇ ਖੂਨ ਡੁੱਲਣਗੇ, ਜਿਸ ਕਰਕੇ ਖੱਪਰ ਭਰ ਭਰ ਪੀਵੇਗੀ
ਮਾਸ ਭਖਣ ਕਰੇਗੀ, ਰੱਜੇਗੀ ਦਾ ਪੂਰਨ ਕੰਮ ਹੋਊਗਾ ਉਸ ਵੇਲੇ। ਵਿਦਾ ਕਰੇ ਬਰ ਦੇ ਕਰ ਦੋ। ਮਹਾਰਾਜ ਨੇ ਦੋਵਾਂ ਨੂੰ ਵਰ ਦੇ ਕੇ ਨਾਰਦ ਮੁਨੀ ਜੀ ਨੂੰ ਤੇ ਉਹਦੀ ਪਤਨੀ ਕਲੇ ਨੂੰ ਵਿਦਾ ਕੀਤੇ ਤੋਰੇ ਹਨ। ਕਵਨੇ ਨਿਜ ਇੱਛਾ ਜਿਤ ਸੋ। ਜਿੱਧਰ ਇਹਨਾਂ ਦੀ ਆਪਣੀ ਇੱਛਾ ਸੀ ਉੱਧਰ ਹੀ ਚਲੇ ਗਏ। ਸੁੰਦਰ ਇਹ ਇਤਿਹਾਸ ਰਸਾਲਾ। ਭਾਈ ਬਾਲਾ ਜੀ ਕਹਿ ਰਹੇ ਹੈ ਵੀ ਇਹ ਇਤਿਹਾਸ ਬੜਾ ਸੁੰਦਰ ਹੈ, ਰਸ ਵਾਲਾ ਮਹਾਨ। ਸ੍ਰੀ ਗੁਰ ਅੰਗਦ ਸਨਹ ਕਿਰਪਾਲਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾਲੂ ਸਤਿਗੁਰੂ ਜੀ, ਇਤਿਹਾਸ ਬੜਾ ਸੋਹਣਾ ਹੈ, ਸੁਣੋ ਅੱਗੇ ਵੀ। ਅਪਰ ਜੇ ਸਿੱਖ ਸ਼ਰੋਤਾ ਤਹ ਬੈਸੇ। ਉਸ ਵੇਲੇ ਕਹਿੰਦੇ ਹੋਰ ਜਿਹੜੇ ਸਿੱਖ ਸਰੋਤੇ ਕਥਾ ਸੁਣਨ ਵਾਲੇ ਕੋਲ ਬੈਠੇ ਹੋਏ ਸੀ। ਸੁਨ ਕਰ ਪ੍ਰਸ਼ਨ ਕੀਓ ਤਿਹ ਐਸੇ। ਉਹਨਾਂ ਨੇ ਸੁਣ ਕਰਕੇ ਇਹ ਨਾਰਦ ਦਾ ਦੇ ਕਲੇ ਦਾ ਜਿਹੜਾ ਪ੍ਰਸੰਗ ਤੇ ਭਾਈ ਬਾਲਾ ਜੀ ਨੂੰ ਉਸ ਵੇਲੇ ਪ੍ਰਸ਼ਨ ਕੀਤੇ। ਨਾਰਦ ਮੋਨਾ ਉਸਤਤ ਗੁਰੂ ਭਾਖੀ। ਵੀ ਭਾਈ ਬਾਲਾ ਜੀ ਵੇਖ ਲੋ, ਨਾਰਦ ਮੁਨੀ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਤਰ੍ਹਾਂ ਨਾਲ ਉਸਤਤ ਆਖੀ ਹੈ, ਕਹੀ ਹੈ। ਮਹਿਮਾ ਨਾਮ ਚਤੁਰ ਜੁਗ ਰਾਖੀ। ਪਰ ਵੀ ਉਹਨਾਂ ਕਿਹਾ ਹੈ ਵੀ ਚਾਰੇ ਯੁੱਗਾਂ ਵਿੱਚ ਹੀ, ਹੈ ਗੁਰੂ ਨਾਨਕ ਸਾਹਿਬ ਤੁਸਾਂ ਨੇ ਮਹਿਮਾ ਨਾਮ ਦੀ ਰੱਖੀ ਹੈ, ਨਾਮ ਨੂੰ ਹੀ ਮਹਾਨ ਦੱਸਿਆ ਹੈ। ਤਾ ਮਹਿ ਅਰਥ ਲਖਾਇਓ ਐਸੇ। ਤੇ ਉਸ ਵਿੱਚ ਜਿਹੜਾ ਇਹਨਾਂ ਮਹਿਮਾ ਆਖੀ, ਉਸਤਤ ਆਖੀ ਹੈ, ਉਹਦੇ ਵਿੱਚ ਤੇ ਇਸ ਤਰ੍ਹਾਂ ਦਾ ਅਰਥ ਸਿਧਾਂਤ ਜਣਾਇਆ ਹੈ। ਬਿਨਾ ਨਾਮ ਕੇ ਮੁਕਤ ਨਾ ਕਾਸੇ। ਇਹ ਕਿਸੇ ਤਰ੍ਹਾਂ ਵੀ ਕੋਈ ਕੁਝ ਵੀ ਕਰ ਲਵੇ, ਨਾਮ ਤੋਂ ਬਿਨਾ ਮੁਕਤੀ ਤੇ ਹੋ ਹੀ ਨਹੀਂ ਸਕਦੀ। ਜੇ ਗਤ ਦੇਨ ਨਾ ਸਮਰੱਥ ਦੂਜਾ। ਇਹ ਭਾਈ ਬਾਲਾ ਜੀ, ਜੇ ਨਾਮ ਤੋਂ ਬਿਨਾ ਆ ਮੁਕਤੀ ਦੇਣ ਦੇ ਸਮਰੱਥ ਕੋਈ ਦੂਸਰਾ ਹੈ ਹੀ ਨਹੀਂ ਹੈ। ਕਿਉ ਤਬ ਕਹੇ ਯੋਗ ਜਗ ਪੂਜਾ। ਫਿਰ ਭਲਾ ਫਿਰ ਪਰਮੇਸ਼ਰ ਨੇ ਅੱਜ ਕਿਉਂ ਕਹੇ ਹੈ ਵੀ ਨਾਮ ਸਤਿਯੁਗ ਵਿੱਚ ਵੀ ਨਾਮ ਜਪਣਾ ਹੈ ਤੇ ਹਠ ਯੋਗ ਵੀ ਕਰਨਾ ਹੈ, ਨਾਮ ਜਪਣਾ ਹੈ ਤੇ ਯੱਗ ਵੀ ਕਰਨਾ ਹੈ। ਤ੍ਰੇਤੇ ਵਿੱਚ ਕਿਹਾ, ਦੁਆਪਰ ਵਿੱਚ ਵੀ ਨਾਮ ਜਪਣਾ ਹੈ ਨਾਲ ਪੂਜਾ ਵੀ ਕਰਨੀ ਹੈ। ਇਹ ਕਿਉਂ ਫਿਰ ਕਿਹਾ ਹੈ? ਜੇ ਮੁਕਤੀ ਦੇਣ ਨੂੰ ਨਾਮ ਹੀ ਸਮਰੱਥ ਹੈ, ਫਿਰ ਇਹ ਨਾਲ ਤਿੰਨ ਜਿਹੜੇ ਆ ਯੋਗ, ਹੱਠ, ਪੂਜਾ ਤੇ ਜਗ ਕਿਉਂ ਕਹੇ ਹੈ? ਤ੍ਰੈ ਯੁਗ ਵਿਖੇ ਨਾਮ ਕੇ ਸੰਗਾ। ਤੇ ਆ ਕਿਉਂਕਿ ਤ੍ਰੇਤੇ ਯੁਗ ਦੇ ਵਿੱਚ ਨਾਮ ਦੇ ਨਾਲ ਦੀ ਉਪਾਏ ਕਹੇ ਸਰਬੰਗਾ। ਆ ਦੂਸਰੇ ਉਪਾਅ ਯਤਨ ਵੀ ਨਾਲ ਹੀ ਕਹੇ ਆ ਵੀ ਸਤਿਯੁਗ ਵਿੱਚ ਇਹ ਕਹਿ ਦਿੱਤਾ ਵੀ ਨਾਮ ਸਿਮਰਨਾ ਹੈ ਤੇ ਨਾਮ ਦੇ ਨਾਲ ਹੀ ਜਿਹੜਾ ਹਠ ਯੋਗ ਕਰਨਾ ਹੈ, ਵੀ ਹਠ ਯੋਗ ਦੇ ਰਾਹੀਂ ਨਾਮ ਜਪਣਾ ਹੈ। ਤੇ ਤ੍ਰੇਥੇ ਵਿੱਚ ਵੀ ਨਾਮ ਵੀ ਜਪਣਾ ਨਾਲ ਯੱਗ ਕਰਨੇ ਹੈ। ਦੁਆਪਰ ਵਿੱਚ ਕਹਿ ਦਿੱਤਾ ਵੀ ਨਾਮ ਜਪਣਾ ਨਾਲ ਪੂਜਾ ਕਰਨੀ ਹੈ। ਇਹ ਫਿਰ ਕਿਉਂ ਕਹੇ ਹਨ? ਕਲ ਮਹਿ ਕੇਵਲ ਨਾਮ ਬਖਾਨਾ। ਤੇ ਕਲਯੁਗ ਦੇ ਵਿੱਚ ਜਿਹੜਾ ਕੱਲਾ ਨਾਮ ਹੀ ਕਹਿ ਦਿੱਤਾ ਵੀ ਨਾਮ ਹੀ ਜਪਣਾ ਹੈ। ਸਿਮਰਨ ਤੇ ਗਤ ਦੇਹ ਜਹਾਨਾ। ਵੀ ਇਹ ਜਿਹੜਾ ਨਾਮ ਹੈ ਉਹ ਸੰਸਾਰ ਦੇ ਵਿੱਚ ਸਿਮਰਨ ਕਰਨੇ ਕਰਕੇ ਮੁਕਤੀ ਦੇ ਦੇਵੇਗਾ। ਸੋਤਨ ਕੋ ਸੁਨ ਪ੍ਰਸ਼ਨ ਵਿਸਾਲਾ। ਸਰੋਤੇ ਜੋ ਕਥਾ ਸੁਣਨ ਵਾਲੇ ਸੀ ਭਾਈ ਬਾਲਾ ਜੀ ਦੇ ਪਾਸ ਇਰਦ ਗਿਰਦ, ਜਦੋਂ ਉਹਨਾਂ ਨੇ ਸੁਣ ਕੇ ਪ੍ਰਸ਼ਨ ਕੀਤਾ ਬੜਾ ਮਹਾਨ। ਉੱਤਰ ਕਹਿਤ ਭਇਓ ਤਬ ਬਾਲਾ। ਭਾਈ ਬਾਲਾ ਫਿਰ ਅੱਗੋਂ ਉਹ ਨਿਰਣਾ ਕਰਨ ਵਾਸਤੇ ਉੱਤਰ ਕਹਿਣ ਲੱਗੇ। ਸਨਹਾ ਸਿੱਖ ਸਤ ਗੁਰ ਕੇ ਪਿਆਰੇ। ਕਿਆ ਵੀ ਹੈ ਸਿੱਖ ਪਿਆ ਸਤਿਗੁਰੂ ਕੇ ਸਿੱਖ ਪਿਆਰਿਓ, ਅੱਗੇ ਤੁਸੀਂ ਜੋ ਪ੍ਰਸ਼ਨ ਕੀਤਾ ਹੈ ਉਹ ਸਾਡਾ ਬਚਨ ਸੁਣੋ ਉੱਤਰ ਰੂਪ ਵਿੱਚ। ਜਿਉ ਮੈਂ ਸੁਣੀ ਸੋ ਕਹਾਂ ਉਚਾਰੇ। ਜਿਵੇਂ ਉਹ ਮੈਂ ਸਤਿਗੁਰੂ ਜੀ ਪਾਸੋਂ ਸਿੱਖਿਆ ਸੁਣੀ ਹੈ, ਸਭ ਕੁਝ ਸੁਣਿਆ ਹੈ, ਉਸੇ ਤਰ੍ਹਾਂ ਉਚਾਰ ਕੇ ਤੁਹਾਨੂੰ ਕਹਿਣਾ ਸੁਣਾਉਂਦਾ ਹਾਂ। ਨਰ ਕੋ ਭਾਸੁਰ ਅਪਾਰਾ। ਉਹ ਤੁਹਾਨੂੰ ਮੈਂ ਚੰਗੀ ਤਰ੍ਹਾਂ ਦਲੀਲ ਦੇ ਕੇ, ਪ੍ਰਮਾਣ ਦੇ ਕੇ ਸਮਝਾਉਣਾ ਵੀ ਉਹ ਕਿਸ ਤਰ੍ਹਾਂ ਮਹਾਰਾਜ ਨੇ ਕਲਾ ਵਰਤਾਈ। ਕਹਿੰਦੇ ਜਿਵੇਂ ਦੋ ਪੁਰਸ਼ ਸਨ ਤੇ ਉਹਨਾਂ ਨੂੰ ਬਹੁਤ
ਪੇਟ ਪੀੜਾ ਹੋ ਗਈ, ਢਿੱਡ 'ਚ ਸੂਲ ਹੋਣ ਲੱਗ ਪਿਆ। ਏਕ ਰੰਕ ਇੱਕ ਧਨੀ ਉਦਾਰਾ। ਉਹ ਜਿਨ੍ਹਾਂ ਦੇ ਪੀੜ ਹੋ ਰਹੀ ਸੀ, ਪੇਟ ਪੀੜਾ, ਸੂਲ ਉੱਠ ਰਿਹਾ ਸੀ ਪੇਟ ਵਿੱਚ, ਇੱਕ ਤੇ ਬਹੁਤ ਗਰੀਬੜਾ ਸੀ, ਕੰਗਾਲ ਸੀ, ਕੱਖ ਨਹੀਂ ਸੀ ਉਹਦੇ ਕੋਲ। ਇੱਕ ਬਹੁਤ ਬੜਾ ਵੱਡਾ ਧਨੀ ਸੀ, ਪੈਸੇ ਵਾਲਾ। ਭਾਈ ਉਦਰ ਮੈਂ ਬਹੁਤੀ ਪੀਰਾ। ਐਵੇਂ ਉਹਨਾਂ ਦੇ ਪੇਟ ਵਿੱਚ ਬਹੁਤ ਜਿਹੜੀ ਪੀੜਾ ਹੋ ਰਹੀ ਸੀ। ਹਾਏ ਹਾਏ ਕਰ ਹੋਤ ਅਧੀਰਾ। ਦੋਵੇਂ ਉਹ ਹਾਏ ਹਾਏ ਕਰਦੇ ਸਨ, ਧੀਰਜਤਾ ਤੋਂ ਰਹਿਤ ਹੋ ਰਹੇ ਸੀ, ਬੇਹੌਸਲੇ ਹੋ ਰਹੇ ਸਨ। ਗਵਨਿਓ ਧਨੀ ਬੈਦ ਕੇ ਸਦਨਾ। ਉਹ ਜਿਹੜਾ ਪੈਸੇ ਵਾਲਾ ਸ਼ਾਹੂਕਾਰ ਧਨੀ ਸੀ, ਉਹ ਪੀੜ ਨਾਲ ਬਹੁਤ ਤੜਫਦਾ ਸੀ, ਜਿਸ ਕਰਕੇ ਉਹ ਵੈਦ ਦੇ ਘਰ ਚਲਾ ਗਿਆ। ਉਦਰ ਪੀਰ ਭਾਖੀ ਨਿਜ ਬਦਨਾ। ਆਪਣੇ ਮੁਖ ਤੋਂ ਪੁਕਾਰ ਕੇ ਪੇਟ ਦੀ ਪੀੜਾ ਆਖੀ ਵੀ ਵੈਦ ਮੈਂ ਤੇ ਬਹੁਤ ਔਖਾ ਹਾਂ ਪੀੜ ਨਾਲ। ਉਤੋ ਬੈਦ ਸੋ ਪਰਮ ਸਿਆਣਾ। ਉਧਰ ਜਿਹੜਾ ਵੈਦ ਸੀ ਉਹ ਤੇ ਬਹੁਤ ਸਿਆਣਾ ਸੀ, ਮਹਾਨ ਸੀ ਮਤ ਵਾਲਾ। ਜਾਨੀ ਤਿਹ ਕੀ ਪੀਰ ਮਹਾਨਾ। ਉਸ ਨੇ ਧਣੀ ਦੀ ਗੱਲ ਸੁਣ ਕੇ ਜਾਣ ਲਈ ਗੱਲ ਸਾਰੇ ਵੀ ਇਹਨੂੰ ਬਹੁਤ ਤਗੜੀ ਪੀੜ ਉੱਠ ਰਹੀ ਆ ਪੇਟ ਵਿੱਚ। ਇਹ ਕੋ ਤੋ ਹੈ ਸੁਗਮ ਉਪਾਈ। ਹੁਣ ਵੈਦ ਸਿਆਣਾ ਸੀ, ਦੱਸੇ ਨਾਲ ਹੀ ਸਮਝ ਗਿਆ, ਤੇ ਉਹਨੇ ਆਪਣੇ ਮਨ ਹੀ ਵਿਚਾਰ ਲਿਆ ਵੀ ਇਹਦਾ ਤੇ ਬੜਾ ਸੌਖਾ ਹੀ ਯਤਨ ਉਪਰਾਲਾ ਹੀਲਾ ਦੂਰ ਕਰਨ ਦਾ। ਏਕ ਜਵਾਨ ਸੂਰ ਮਿਟਾਈ। ਇਹ ਤੇ ਇੱਕ ਜਵਾਨੀ ਆ ਵੀ ਜੇ ਜਵੈਣ ਦੇਤੀ ਜਾਵੇ ਇਹਨੂੰ ਤੇ ਇਹਦੇ ਪੇਟ ਦਾ ਜਿਹੜਾ ਸੂਲ ਹੈ ਪੀੜਾ ਮਿਟਾ ਦੇਵੇਗੀ। ਜੇ ਮੈਂ ਯਹੀ ਬਤਾਵ ਯਾ ਕੋ। ਹੁਣ ਇਹ ਬੜਾ ਪੈਸੇ ਵਾਲਾ ਧਨੀ ਹੈ, ਖੁੱਲਾ ਪੈਸਾ ਇਹਦੇ ਕੋਲ। ਜੇ ਮੈਂ ਇਹਨੂੰ ਇਹ ਦੱਸ ਦਵਾਂ ਵੀ ਤੂੰ ਜਵੈਣ ਨਾਲ ਠੀਕ ਹੋ ਜਾਣਾ ਹੈ, ਮਹਿਮਾ ਜਾਨ ਹੈ ਕਛੂ ਨਾ ਤਾ ਕੋ। ਇਹ ਉਸ ਜਵੈਣ ਦੀ ਮਹਿਮਾ ਨਹੀਂ ਜਾਣੇਗਾ। ਜਿਹਨੂੰ ਕਹਿ ਦਿੱਤਾ ਵੀ ਆਹ ਪੁੜੀ ਲੈ ਲਈ ਦੁਕਾਨ ਤੋਂ ਜਵੈਣ ਦੀ, ਖਾ ਲਈ ਤੇ ਤੂੰ ਠੀਕ ਹੋ ਜਾਵੇਗਾ, ਇਹ ਮਹਿਮਾ ਨਹੀਂ ਜਾਣੂਗਾ। ਕਿਉਂਕਿ ਪੈਸੇ ਵਾਲਾ ਹੈ, ਜਿੰਨਾ ਚਿਰ 10,000 20,000 ਲੱਗ ਨਾ ਜਾਵੇ ਉਹਨਾਂ ਚਿਰ ਇਹਨੇ ਕਹਿਣਾ ਵੀ ਇਹ ਕੋਈ ਜਵੈਣ ਵੀ ਕੋਈ ਇਲਾਜ ਹੈ, ਕਦੀ ਜਵੈਣ ਨਾਲ ਵੀ ਕੋਈ ਠੀਕ ਹੋਊਗਾ। ਇਹ ਮਹਿਮਾ ਨਹੀਂ ਜਾਣੇਗਾ ਜਵੈਣ ਦੀ। ਇਉਂ ਵਿਚਾਰ ਕਰ ਵੈਦ ਸਿਆਣੇ। ਇਉਂ ਵਿਚਾਰ ਕਰਕੇ ਵੈਦ ਸਿਆਣੇ ਨੇ ਕੋਈ ਏਕ ਦੀਨੀ ਤਿਹ ਪਾਨੇ। ਐਵੇਂ ਇੱਕ ਪੁੜੀ ਜੀ ਬਣਾ ਕੇ ਸਵਾਦਕ ਕਿਸੇ ਚੀਜ਼ ਦੀ ਉਹਦੇ ਹੱਥ ਵਿੱਚ ਦੇ ਦਿੱਤੀ। ਮੁਖ ਤੇ ਐਸੇ ਬਚਨ ਅਲਾਇਨਾ। ਤੇ ਮੁਖੋਂ ਇਸ ਤਰ੍ਹਾਂ ਦਾ ਬਚਨ ਕਹਿ ਦਿੱਤਾ ਪੁੜੀ ਦੇ ਕੇ। ਜਾਂ ਕੋ ਅਨੂਪਾਨ ਅਜਵਾਇਨਾ। ਕਿਹਾ ਵੀ ਆ ਜਿਹੜੀ ਤੈਨੂੰ ਪੁੜੀ ਦਿੱਤੀ ਹੈ ਉਹ ਜਵੈਣ ਦੇ ਨਾਲ ਤੂੰ ਖਾ ਲੈਣੀ ਹੈ, ਤੇ ਜਿਸ ਨਾਲ ਖਾਧੀ ਜਾਵੇ ਕੋਈ ਦਵਾਈ ਉਹਨੂੰ ਕਹੀਦਾ ਅਨੂਪਾਨ। ਜਿਵੇਂ ਡਾਕਟਰ ਕਹਿ ਦਿੰਦੇ ਵੀ ਆ ਫਲਾਣੀ ਦਵਾਈ ਹੈ, ਠੰਡੇ ਜਲ ਨਾਲ ਖਾ ਲੈਣੀ ਹੈ, ਜਾਂ ਗਰਮ ਪਾਣੀ ਨਾਲ, ਇਹਨੂੰ ਦੁੱਧ ਨਾਲ ਖਾ ਲੈਣਾ, ਜਾਂ ਚਵਨਪ੍ਰਾਸ਼ ਵਿੱਚ ਮਿਲਾ ਕੇ, ਆ ਮਿਸ਼ਰੀ ਵਿੱਚ ਮਿਲਾ ਕੇ ਘਿਓ ਵਿੱਚ ਮਿਲਾ ਕੇ ਖਾ ਲੈਣੀ ਹੈ। ਜਿਹਦੇ ਨਾਲ ਕੋਈ ਮਿਲਾ ਕੇ ਖਾਧੀ ਜਾਵੇ ਚੀਜ਼ ਉਹਨੂੰ ਕਹੀਦਾ ਅਨੂਪਾਨ। ਤੇ ਉਹ ਕਹਿ ਦਿੱਤਾ ਵੈਦ ਨੇ ਵੀ ਆ ਧਨੀਆ ਸ਼ਾਹੂਕਾਰਾ ਆ ਲੈ ਜਾ ਤੂੰ ਪੁੜੀ, ਤੇ ਇਹਨੂੰ ਇਹਦੇ ਵਿੱਚ ਜਵੈਣ ਨੂੰ ਮਿਲਾ ਕੇ ਤੂੰ ਖਾ ਲੈਣੀ ਹੈ। ਕਰਹੁ ਖਾਨ ਤਿਹ ਸੰਗ ਮਿਲਾਈ। ਉਸ ਜਵੈਣ ਨੂੰ ਇਹ ਪੁੜੀ ਨੂੰ ਵਿੱਚ ਮਿਲਾ ਕੇ ਤੇ ਖਾ ਲੈਣਾ। ਉਦਰ ਰੋਗ ਸਭ ਹੀ ਮਿਟ ਜਾਈ। ਤੇਰੇ ਜਿਹੜਾ ਪੇਟ ਦਾ ਰੋਗ ਹੈ, ਤੈਨੂੰ ਸੂਲ ਉੱਠ ਰਿਹਾ, ਇਹ ਸਾਰਾ ਹੀ ਮਿਟ ਜਾਏਗਾ। ਲੇਕਰ ਧਨੀ ਆਏ ਨਿਜ ਸਦਨਾ। ਉਹ ਕੁੜੀ ਜੀ ਵੈਦ ਕੋ ਲੈ ਕੇ ਤੇ ਜਿਹੜਾ ਸ਼ਾਹੂਕਾਰ ਆਪਣੇ ਘਰ ਵਿੱਚ ਆ ਗਿਆ। ਮੇਲ ਜਵਾਏ ਨਾ ਖਾਏ ਸੋ ਬਦਨਾ। ਤੇ ਉਸ ਨੇ ਉਹ ਜਿਹੜੀ ਪੁੜੀ ਸੀ ਉਹਦੇ ਵਿੱਚ ਜਵੈਣ ਮਿਲਾ ਕੇ ਤੇ ਮੁੱਖ ਵਿੱਚ ਪਾ ਕੇ ਖਾ ਲਿਆ। ਸੂਰ ਰੋਗ ਕੋ ਦੂਰ ਮਿਟਾਈ। ਜਿਹੜਾ ਇਹਦੇ ਸੂਲ ਉੱਠ ਰਿਹਾ ਸੀ ਨਾ ਪੇਟ ਵਿੱਚ, ਸੂਲ ਦਾ ਰੋਗ ਸੀ,
ਉਹ ਸਾਰਾ ਹੀ ਮਿਟਾ ਦਿੱਤਾ ਉਹ ਪੁੜੀ ਦੇ ਨਾਲ। ਮਹਿਮਾ ਵੈਦ ਵੱਡੀ ਲਖ ਪਾਈ। ਵੈਦ ਨੇ ਜਿਹੜੀ ਹੈ ਵੱਡੀ ਮਹਿਮਾ ਜਾਣ ਪਾਈ, ਵੈਦ ਦੀ ਵੱਡੀ ਮਹਿਮਾ ਜਾਣ ਪਾਈ ਸ਼ਾਹੂਕਾਰ ਨੇ। ਕਹਿਤ ਅਪਰ ਸੋ ਪੁਰੀ ਜੋ ਦੀਨਾ। ਤੇ ਉਹ ਜਿਨ੍ਹਾਂ ਨੂੰ ਕਹਿੰਦਾ ਸੀ ਨਾ ਮੈਂ ਬੜਾ ਔਖਾ ਮਰ ਚੱਲਿਆ, ਮੇਰੇ ਪੇਟ 'ਚ ਦਰਦ ਬਹੁਤ ਹੋ ਰਹੀ ਹੈ, ਹੁਣ ਉਹਨਾਂ ਨਾਲ ਹੀ ਸੁਣਾ ਕੇ ਉਹਨਾਂ ਨੂੰ ਕਹਿ ਰਿਹਾ ਵੀ ਉਹ ਜਿਹੜੀ ਵੈਦ ਨੇ ਪੁੜੀ ਦਿੱਤੀ ਹੈ, ਇਹ ਨੈ ਰੋਗ ਕੀਨ ਮਮਹੀਨਾ। ਉਸ ਪੁੜੀ ਨੇ ਵੇਖ ਲੋ ਮੇਰਾ ਰੋਗ ਨਾਸ ਕਰ ਦਿੱਤਾ, ਮੇਰੀ ਪੇਟ ਦੀ ਪੀੜਾ ਹਟਾ ਦਿੱਤੀ ਹੈ। ਉਹ ਹਟਾਈ ਤੇ ਜਵੈਣ ਨੇ ਹੈ, ਪਰ ਉਹ ਵੈਦ ਜਿਹੜਾ ਹੈ ਉਹ ਪੁੜੀ ਜਿਹੜੀ ਪੁੜੀ ਦਿੱਤੀ ਵੈਦ ਨੇ ਉਹਨੂੰ ਸਮਝ ਰਿਹਾ ਸ਼ਾਹੂਕਾਰ ਵੀ ਮੈਂ ਪੁੜੀ ਨਾਲ ਠੀਕ ਹੋਇਆ, ਤੇ ਉਹ ਵੈਦ ਨੇ ਇਹਦੇ ਕੋਲ ਪੈਸੇ ਵੀ ਲੈ ਲਏ ਸਨ। ਪੁਨ ਗਾਰੰਕ ਵੈਦ ਘਰ ਮਾਹੀ। ਫਿਰ ਇੱਧਰ ਜੋ ਗਰੀਬ ਕੰਗਾਲ ਜਿਹਦੇ ਕੋਲ ਕੱਖ ਨਹੀਂ ਹੈ ਸੀ, ਉਹ ਵਿਚਾਰਾ ਬੜਾ ਪੇਟ ਤੜਫ ਰਿਹਾ ਸੀ ਉਹਦੇ ਸੂਲ ਨਾਲ, ਤੇ ਉਹ ਜਿਹੜਾ ਰੰਕ ਕੰਗਾਲ ਹੈ ਉਹ ਵੈਦ ਦੇ ਘਰ ਚਲਿਆ ਗਿਆ। ਜਿਹ ਢਿਗ ਇੱਕ ਵਿਰਾਟਿਕਾ ਮਾਹੀ। ਜਿਸ ਕੋਲ ਇੱਕ ਕਾਣੀ ਕੌਡੀ ਵੀ ਹੈ ਨਹੀਂ ਸੀ ਪੱਲੇ, ਉਦਰ ਪੀਰ ਤਿਨ ਸਗਲ ਸੁਨਾਈ। ਉਹਨੇ ਆਪਣੇ ਪੇਟ ਦੀ ਜਿਹੜੀ ਪੀੜਾ ਹੈ ਦਰਦ ਹੈ ਸਾਰਾ ਜਾ ਕੇ ਵੈਦ ਨੂੰ ਸੁਣਾਇਆ ਵੀ ਵੈਦ ਮੈਂ ਤੇ ਬਹੁਤ ਪਰੇਸ਼ਾਨ ਤੜਫ ਰਿਹਾ ਹਾਂ ਰਾਤ ਦਿਨ। ਮਮ ਦੁਖ ਪੰਜਹ ਕਰਹ ਉਪਾਈ। ਵੈਦ ਤੂੰ ਸਿਆਣਾ ਹੈ, ਕੋਈ ਉਪਰਾਲਾ ਯਤਨ ਕਰ, ਮੇਰਾ ਦੁੱਖ ਪੇਟ ਦਾ ਦੂਰ ਕਰ, ਭੰਨ ਦੇ, ਖਤਮ ਕਰ ਦੇ। ਸੁਨਤ ਵੈਦ ਨ ਰੋਗ ਪਛਾਨਾ। ਸੁਣਦਿਆਂ ਸਾਰੀ ਵੈਦ ਨੇ ਇਹਦਾ ਰੋਗ ਪਛਾਣ ਲਿਆ ਹੈ ਜਾਂ ਕੋ ਦੁਖ ਧਨੀ ਸਮਾਨਾ। ਵੀ ਜੋ ਉਹ ਸ਼ਾਹੂਕਾਰ ਨੂੰ ਦੁੱਖ ਸੀ ਨਾ, ਜਿਹਦੇ ਕਰਕੇ ਉਹ ਤੜਫਦਾ ਸੀ, ਪੇਟ ਦਾ ਦੁੱਖ ਸੀ, ਉਹ ਸ਼ਾਹੂਕਾਰ ਦੇ ਸਮਾਨ ਹੀ ਇਸ ਨੂੰ ਦੁੱਖ ਹੈ, ਇਹਦੀ ਵੀ ਪੇਟ ਪੀੜਾ ਹੀ ਹੈ। ਕਹਿਓ ਤਾਹੇ ਅਜਵਾਇ ਨ ਲੀਜੈ। ਤੇ ਉਹਨੂੰ ਕੁਝ ਨਹੀਂ ਕਿਹਾ ਨੇ, ਜਾਣ ਲਿਆ ਵੀ ਇਹ ਵਿਚਾਰਾ ਗਰੀਬ ਹੈ, ਕੰਗਾਲ ਹੈ, ਤੇ ਇਹਦੇ ਕੋਲ ਕੋਈ ਪੈਸਾ ਵੀ ਨਹੀਂ ਲਿਆ ਹੈ, ਤੇ ਇਹਨੂੰ ਕਿਹਾ ਹੈ ਵੀ ਇੰਝ ਕਰੀ ਤੂੰ ਆ ਜਾਂਦਾ ਜਾਂਦਾ ਅਜਵੈਣ ਜਿਹੜੀ ਖਰੀਦ ਕੇ ਲੈ ਜਾ। ਖਾਏ ਸੂਰ ਕੋ ਦੂਰ ਕਰੀ ਜਾ। ਉਹ ਅਜਵੈਣ ਨੂੰ ਖਾ ਕੇ ਜਿਹੜਾ ਪੇਟ ਦਾ ਸੂਲ ਨੂੰ ਦੂਰ ਕਰ ਲਾ। ਬੋਲਿਓ ਰੰਕ ਬੰਦ ਕਰ ਦੋ। ਇਹ ਜਿਹੜਾ ਗਰੀਬ ਕੰਗਾਲ ਸੀ ਜਿਹਦੇ ਕੋਲ ਕੌਡੀ ਕਾਲੀ ਵੀ ਹੈ ਨਹੀਂ ਸੀ, ਤੇ ਇਹਨੇ ਹੱਥ ਜੋੜ ਕੇ ਦੋਵੇਂ ਬੋਲਿਆ ਲਿਓ ਕਹਾਂ ਤੇ ਮੋਲ ਨਾ ਕੋ। ਐ ਵੈਦ ਜੀ ਮੈਂ ਕਿੱਥੋਂ ਲਵਾਂ ਅਜਵੈਣ, ਮੇਰੇ ਪੱਲੇ ਤੇ ਕੋਈ ਪੈਸਾ ਨਹੀਂ, ਮੇਰੇ ਕੋਲ ਮੁੱਲ ਨਹੀਂ ਹੈ ਅਜਵੈਣ ਲੈਣ ਦਾ। ਦੇਹੋ ਪਾਸ ਤੇ ਜੇ ਕਰ ਕਰਨਾ। ਆ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਕੋਲੋਂ ਹੀ ਕੁਝ ਦੇ ਦਿਓ, ਕੋਈ ਪੈਸਾ ਧੇਲਾ ਜਾਂ ਅਜਵੈਣ ਆਦਿਕ। ਤਬ ਰੋਗ ਉਦਰ ਕੋ ਹਰਨਾ। ਫਿਰ ਮੇਰਾ ਜਿਹੜਾ ਰੋਗ ਪੇਟ ਦਾ ਉਹ ਨਾਸ ਹੋ ਸਕਦਾ, ਨਹੀਂ ਤੇ ਮੈਂ ਤੰਗ ਪਰੇਸ਼ਾਨ ਹੀ ਰਵਾਂਗਾ, ਕਿਉਂਕਿ ਪੈਸਾ ਮੇਰੇ ਕੋਲ ਹੈ ਨਹੀਂ ਹੈ, ਲੈ ਮੈਂ ਕੋਈ ਸਕਦਾ ਨਹੀਂ ਤੇ ਤੰਗ ਹੀ ਰਹਾਂਗਾ। ਸੁਨੀ ਰੰਕਤਾ ਵੈਦ ਕਿਰਪਾਲਾ। ਜਦੋਂ ਕੰਗਾਲ ਗਰੀਬ ਤੋਂ ਇਹ ਗੱਲਬਾਤ ਸੁਣੀ ਵੀ ਮੇਰੇ ਕੋਲ ਤੇ ਮੁੱਲ ਵੀ ਨਹੀਂ ਹੈ, ਇਹ ਵੈਦ ਬੜਾ ਕਿਰਪਾਲੂ ਦਿਆਲੂ ਸੀ, ਕਿਰਪਾ ਵਾਲਾ ਸੀ, ਤਰਸ ਵਾਲਾ ਸੀ। ਢਿਗ ਤੇ ਦੀਨਾ ਮੋਲ ਤਿਹ ਕਾਲਾ। ਉਸੇ ਵੇਲੇ ਆਪਣੇ ਕੋਲੋਂ ਜਿਹੜਾ ਮੁੱਲ ਹੈ ਅਜਵੈਣ ਲੈਣ ਦਾ ਦੇ ਦਿੱਤਾ, ਆਪਣੇ ਕੋਲੋਂ ਪੈਸੇ ਦੇ ਦਿੱਤੇ ਹਨ। ਇਹ ਤਿਨ ਕੀਨੀ ਖਾਨ ਜਵਾਇਨਾ। ਉਹ ਗਰੀਬ ਕੰਗਾਲ ਨੇ ਉਹਨਾਂ ਪੈਸਿਆਂ ਦੀ ਜਿਹੜੀ ਜਵੈਣ ਲੈ ਲਈ ਹੈ, ਲੈ ਕੇ ਖਾਣਾ ਕੀਤੀ ਹੈ। ਸਰਬ ਸੂਰ ਤਿਹ ਉਦਰ ਪਲਾਇਨਾ। ਉਹਦੇ ਜਿਹੜੇ ਪੇਟ ਦਾ ਸੂਲ ਸੀ ਸਾਰਾ ਹੀ ਹਟ ਗਿਆ, ਖਤਮ ਹੋ ਗਿਆ ਹੈ। ਐਸੀ ਰੀਤ ਦੇਖ ਗੁਰੂ ਪੂਰੇ। ਇਹ ਸਰੋਤਾ ਜਨਿਓ ਜੋ ਤੁਸਾਂ ਨੇ ਮੈਨੂੰ ਪ੍ਰਸ਼ਨ ਕੀਤਾ ਹੈ ਵੀ ਜੇ ਨਾਮ ਨਾਲ ਹੀ ਠੀਕ ਹੋਣਾ ਹੈ ਤੇ ਫਿਰ ਆ ਹੱਠ ਯੋਗ ਦੀ ਕੀ ਜ਼ਰੂਰਤ ਹੈ, ਪੂਜਾ ਦੀ ਕੀ ਜ਼ਰੂਰਤ ਹੈ, ਜਗ ਦੀ ਕੀ ਜ਼ਰੂਰਤ ਹੈ। ਜਿਵੇਂ ਆਪ ਜੀ ਨੇ ਪਿੱਛੇ ਦਲੀਲ ਦਿੱਤੀ ਹੈ ਉਹ ਗਰੀਬ ਦੀ ਤੇ ਅਮੀਰ ਦੀ ਵੀ ਉਹਨਾਂ ਨੂੰ ਪੇਟ ਨੂੰ ਸੂਲ ਹੋ ਗਿਆ, ਪਰ ਧਨੀ ਜਿਹੜਾ ਅਜਵੈਣ ਦੀ ਮਹਿਮਾ ਨਹੀਂ ਜਾਣ ਸਕਦਾ, ਜਿਹਨੂੰ ਕੱਲੀ ਦਿੱਤੀ ਜਿੰਨਾ ਚਿਰ ਉਹ ਪੈਸੇ ਨਾ ਖਰਚ ਲਵੇ। ਇਸੇ ਤਰ੍ਹਾਂ ਜਿਹੜਾ ਗਰੀਬ ਹੈ ਉਹਦੀ ਮਹਿਮਾ ਜਾਣਦਾ ਅਜਵੈਣ ਦੀ, ਤੇ ਉਹਨੂੰ ਜੇ ਅਜਵੈਣ ਦਿੱਤੀ ਹੈ ਤਾਂ ਉਹ ਠੀਕ ਹੋ ਗਿਆ। ਦੋਵੇਂ ਹੋਵੇ ਜਿਹੜੇ ਠੀਕ ਹੋਏ ਦੋਵੇਂ ਅਜਵੈਣ ਨਾਲ ਹੀ ਹੋਏ ਹੈ।
ਪਰ ਧਨੀ ਨੇ ਪੈਸੇ ਦੇ ਕੇ ਨਾਲ ਉਹਨੂੰ ਪੁੜੀ ਦਿੱਤੀ, ਉਹਨੂੰ ਤਾਂ ਜਾ ਕੇ ਯਕੀਨ ਹੋਇਆ ਵੀ ਮੈਂ ਉਹ ਪੁੜੀ ਨਾਲ ਠੀਕ ਹੋਇਆ ਤੇ ਪੈਸੇ ਲਾ ਕੇ ਠੀਕ ਹੋਇਆ। ਇਸੇ ਤਰ੍ਹਾਂ ਇਹ ਜੀ ਰੀਤੀ ਨੂੰ ਵੇਖ ਕਰਕੇ ਜੋ ਗੁਰੂ ਪੂਰੇ ਹੈ, ਗੁਰੂ ਨਾਨਕ ਸਾਹਿਬ ਜੋ ਪਰਮੇਸ਼ਰ ਹੈ, ਵੈਦ ਗੁਰੂ ਦੀ ਉਪਦੇਸ਼ ਸ਼ਕਤ ਲੱਖ ਪੂਰੇ। ਆਪ ਵੀ ਸਤਿਯੁਗ ਦੇ ਵਿੱਚ ਬਹੁਤ ਹੀ ਸ਼ਕਤੀ ਜਾਣ ਕੇ ਵੀ ਬੜੀ ਸ਼ਕਤੀ ਵਾਲੇ ਹੈ, ਬਲ ਵਾਲੇ ਹੈ, ਜਵਾਨ ਹੈ, ਵੱਡੀ ਉਮਰਾਂ ਵਾਲੇ ਹੈ। ਇਹ ਸਾਰੇ ਉਹਨਾਂ ਦੀ ਸ਼ਕਤੀ ਸ਼ਮਤਾ ਦੇ ਕੇ ਉਪਦੇਸ਼ ਦਿੱਤਾ। ਇਸ ਤਰ੍ਹਾਂ ਸਤਿਯੁਗ ਨਿਰਮਲ ਮਤ ਸਭ ਕੇਰੀ। ਸਭ ਨੂੰ ਦੇਖਿਆ ਵੀ ਸਤਿਯੁਗ ਦੇ ਵਿੱਚ ਸਾਰਿਆਂ ਦੀ ਜਿਹੜੀ ਅਕਲ ਮਤ ਹੈ ਉਹ ਬੜੀ ਉਜਲ ਹੈ, ਵਲ ਛਲ ਵਾਲੀ ਨਹੀਂ, ਛਲ ਫਰੇਬ ਵਾਲੀ ਨਹੀਂ ਹੈ। ਆ ਕੋਈ ਫਰੇਬੀ ਨਹੀਂ ਹੈ, ਕਪਟੀ ਨਹੀਂ ਹੈ। ਸਤਿਯੁਗ ਸਾਚ ਕਹੈ ਸਭ ਕੋਈ, ਇਹ ਸਾਰੇ ਸੱਚ ਹੀ ਬੋਲਦੇ ਹਨ। ਲੱਖ ਬਰਸ ਕੀ ਆਯੂ ਕਨੇਰੀ। ਫਿਰ ਇਹਨਾਂ ਦੀ ਜਿਹੜੀ ਲੱਖਾਂ ਵਰਿਆਂ ਦੀ ਉਮਰ ਹੈ ਬੜੀ ਤਗੜੀ। ਲੱਖ ਵਰਿਆਂ ਕੀ ਯਾਰ ਜਾਂ ਕੋਠੇ ਕੋੜਨਾ ਮੰਡਪ ਸਾਜੇ। ਸਿਮਰਨ ਕਰਤਿਓ ਬੀਤਹਿ ਕੈਸੇ। ਤੇ ਇਹ ਜੇ ਕੱਲਾ ਸਿਮਰਨ ਇਹਨਾਂ ਨੂੰ ਦੇ ਦਿੱਤਾ ਤੇ ਕਿਸ ਤਰ੍ਹਾਂ ਸਮਾਂ ਬੀਤੇਗਾ ਇਹਨਾਂ ਦਾ। ਕੱਲਾ ਜਿਵੇਂ ਉਹ ਵਾਸਦੇਵ ਵਾਸਦੇਵ ਓੰਕਾਰ ਓੰਕਾਰ ਹੀ ਕਰੀ ਜਾਣ ਤੇ ਕਿਵੇਂ ਸਮਾਂ ਬੀਤੂਗਾ। ਲੱਖ ਵਰਿਆਂ ਦੀ ਤੇ ਉਮਰ ਹੈ ਇਹਨਾਂ ਦੀ। ਨਾਮ ਸੰਗ ਦੀ ਰੋਗ ਸੋ ਤੈਸੇ। ਫਿਰ ਇਹ ਰੋਗ ਨੂੰ ਦੁਬਾਰਾ ਪੜ੍ਹ। ਨਾਮ ਸੰਗ ਦੀ ਯੋਗ ਸੋ ਤੈਸੇ। ਫਿਰ ਪਰਮੇਸ਼ਰ ਨੇ ਇਹ ਜਾਣ ਕੇ ਵੀ ਵੱਡੀ ਉਮਰ ਹੈ, ਸਿਮਰਨ ਨਾਲ ਇਹਨਾਂ ਦਾ ਸਮਾਂ ਨਹੀਂ ਬੀਤਣਾ ਹੈ। ਜਿਹੜਾ ਹੱਠ ਯੋਗ ਹੈ ਉਹ ਨਾਮ ਨਾਲ ਦੇ ਦਿੱਤਾ ਵੀ ਹੱਠ ਯੋਗ ਵੀ ਕਰਨਾ ਹੈ ਤੇ ਨਾਲ ਦੀ ਨਾਲ ਜਿਹੜਾ ਨਾਮ ਲੈਣਾ ਹੈ ਪਰਮੇਸ਼ਰ ਦਾ। ਪ੍ਰਾਣਾਯਾਮ ਹੈ ਨਾਮ ਸਿਮਰ ਕੈ। ਉਹ ਨਾਮ ਸਿਮਰ ਕੇ ਪ੍ਰਾਣਾਯਾਮ ਦੇ ਰਾਹੀਂ ਇਹ ਪ੍ਰਾਣਾਯਾਮ ਅਗੇ 3 ਪ੍ਰਕਾਰ ਦਾ ਹੈ। ਪੂਰਕ ਕੁੰਭਕ ਰੇਚਕ ਪਿੱਛੇ ਆਪਾਂ ਸਰਵਣ ਕੀਤਾ ਹੀ ਹੈ। ਉਹ ਜਿਵੇਂ ਆਇਆ ਹੈ ਪ੍ਰਸੰਗ ਵੀ ਜਿਹੜਾ ਓੰਕਾਰ ਕਹਿ ਕੇ 12 ਵਾਰੀ ਜਿਹੜੇ ਸਵਾਸ ਹੈ ਉਹ ਚੜਾਉਣੇ ਹੈ ਪੂਰਕ ਦੇ ਰਾਹੀਂ। ਫਿਰ ਕੁੰਭਕ ਕਰਨਾ ਹੈ, ਆ ਦਸਮ ਦਵਾਜ ਟਿਕਾਉਣੇ ਤੇ 24 ਵਾਰ ਓੰਕਾਰ ਉਚਾਰਨਾ ਹੈ। ਫਿਰ ਜਦੋਂ ਸਵਾਸ ਲਾਉਣੇ ਤੇ ਉਦੋਂ ਫਿਰ 12 ਵਾਰ ਓੰਕਾਰ ਕਰਨਾ ਹੈ। ਐਵੇਂ ਪ੍ਰਾਣਾਯਾਮ ਦੇ ਰਾਹੀਂ ਹੱਠ ਯੋਗ ਦੇ ਰਾਹੀਂ ਨਾਮ ਸਿਮਰ ਕੇ ਵੇ ਅਨੇਕ ਜਗ ਸਾਗਰ ਤਰਕ। ਅਨੇਕਾਂ ਜਿਹੜੇ ਸਤਿਯੁਗ ਦੇ ਵਿੱਚ ਜੀਵ ਸੰਸਾਰ ਸਮੁੰਦਰ ਤੋਂ ਤਰ ਕੇ ਉਹ ਪਰਮੇਸ਼ਰ ਦੇ ਘਰ ਚਲੇ ਗਏ। ਬਹੁਰੋ ਤ੍ਰੇਤਾ ਯੁਗ ਜਬ ਆਵਾ। ਹੇ ਭਾਈ ਸਰੋਤਾ ਜਨੋ ਸੁਣੋ, ਜਦੋਂ ਮੁੜ ਤੀਸਰਾ ਤ੍ਰੇਤਾ ਯੁਗ ਆਇਆ 10,000 ਕੀ ਆਯੁ ਰਹਾਵਾ। ਤੇ ਇਹ ਤ੍ਰੇਤੇ ਯੁਗ ਦੇ ਵਿੱਚ ਲੱਖ ਵਰਿਆਂ ਤੋਂ ਉਮਰ ਰਹਿ ਗਈ 10,000 ਵਰਾਂ। 10,000 ਸਾਲ ਵਰਿਆਂ ਦੀ ਉਮਰ ਰਹਿ ਗਈ ਜੀਵਾਂ ਦੀ। ਉਤੋ ਨਰ ਨਾ ਢਿਗ ਦਰਬ ਅਪਾਰਾ। ਤੇ ਉਹ ਤ੍ਰੇਤੇ ਯੁਗ ਦੇ ਵਿੱਚ ਮਨੁੱਖਾਂ ਕੋਲ ਬਹੁਤ ਜ਼ਿਆਦਾ ਪੈਸਾ ਦਰਬ ਧਨ ਹੈ ਸੀ। ਤੇਨਾ ਪੇਖ ਆਸ ਉਪਦੇਸ਼ ਉਚਾਰਾ। ਇਹਨਾਂ ਨੂੰ ਵੇਖ ਕੇ ਤ੍ਰੇਤੇ ਯੁਗ ਦੇ ਜੀਵਾਂ ਨੂੰ ਵੀ ਇਹਨਾਂ ਦੀ 10,000 ਵਰੇ ਦੀ ਉਮਰ ਰਹਿ ਗਈ। ਹੱਠ ਯੋਗ ਹੁਣ ਕਰ ਨਹੀਂ ਸਕਦੇ, ਕਿਉਂਕਿ ਹੱਠ ਯੋਗ ਕਰ ਲੱਗਿਆ ਸਰੀਰ ਦੀ ਸਫਾਈ, ਸਰੀਰ ਨੂੰ ਪਹਿਲਾਂ ਸੋਧਣਾ, ਸਫਾਈ ਕਰਨੀ, ਫਿਰ ਆਸਣ ਲਾਉਣੇ, ਕਈ ਕੁਝ ਕਰਨਾ, ਇਕਾਂਤ ਦੇਸ਼ ਵਿੱਚ ਬੈਠਣਾ, ਯਮ ਕਰਨਾ, ਨੇਮ ਕਰਨਾ, ਸਮਾਧੀਆਂ ਲਾਉਣੀਆਂ, ਕਈ ਕੁਝ ਕਰਨਾ ਪੈਂਦਾ ਸੀ, ਸਮਾਂ ਲੱਗਦਾ ਸੀ। ਜਾਣਿਆ ਵੀ ਹੁਣ ਉਮਰ ਜਿਹੜੀ 10,000 ਵਰਾ ਰਹਿ ਗਈ ਹੈ, ਇਹਨਾਂ ਕੋਲ ਪੈਸਾ ਵੀ ਬਹੁਤ ਹੈ। ਇਹ ਵੇਖ ਕੇ ਇਸ ਤਰ੍ਹਾਂ ਦਾ ਉਪਦੇਸ਼ ਕਰ ਦਿੱਤਾ ਸਿਮਰਨ ਨਾਮ ਯਗ ਕੋ ਕਰਨਾ। ਕਿ ਤੁਸਾਂ ਨੇ ਸਿਮਰਨਾ ਹੈ ਨਾਮ, ਨਾਮ ਵੀ ਸਿਮਰਨਾ ਹੈ ਤੇ ਨਾਲ ਜਿਹੜਾ ਜਗ ਨੂੰ ਕਰਨੇ, ਯਗ ਕਰਨੇ ਹਨ। ਯਹੀ ਧਰਮ ਭਵ ਬੰਧਨ ਹਰਨਾ। ਇਹ ਮਹਾਨ ਧਰਮ ਹੈ ਸੰਸਾਰ ਦੇ ਉੱਪਰ ਮੋਹ ਮਮਤਾ ਦੇ ਬੰਧਨ ਨੂੰ ਨਾਸ ਕਰਨ ਵਾਸਤੇ ਵੀ ਨਾਮ ਸਿਮਰਨਾ ਹੈ, ਨਾਲ ਦੀ ਨਾਲ ਯਗ ਕਰਨੇ ਹਨ। ਸਨ ਤਿਹ ਸਮੈ ਯਗ ਬਹੁ ਕਰਕੇ। ਉਸ ਵੇਲੇ ਇਸ ਤਰ੍ਹਾਂ ਸੁਣ ਕੇ ਬਹੁਤ ਜੀਵਾਂ ਨੇ ਨਾਮ ਜਪ ਕੇ ਤੇ ਯਗ ਕਰਕੇ ਸਿਮਰ ਗਏ ਭਵ ਸਾਗਰ ਤਰਕ। ਤੇ ਵਾਹਿਗੁਰੂ ਦਾ ਨਾਮ ਸਿਮਰ ਕੇ ਜੋ ਸੰਸਾਰ ਸਮੁੰਦਰ ਹੈ ਇਹ ਦੁੱਖਾਂ ਤੋਂ ਤਰ ਕੇ ਪਾਰ ਪੈ ਗਏ,
ਪਾਰ ਹੋ ਗਏ। ਇਹ ਪੀਛੇ ਦੁਆਪਰ ਜੁਗ ਆਵਾ। ਤ੍ਰੇਤੇ ਤੋਂ ਬਾਅਦ ਤੀਸਰਾ ਯੁੱਗ ਜਿਹੜਾ ਦੁਆਪਰ ਹੈ ਉਹ ਯੁੱਗ ਆਇਆ। 1000 ਕੀ ਆਯੁ ਰਹਾਵਾ। ਤੇ ਦੁਆਪਰ ਦੇ ਵਿੱਚ ਜਿਹੜੀ ਜੀਵਾਂ ਦੀ ਉਮਰ ਹੈ 1000 ਵਰਾ ਰਹਿ ਗਈ। ਪਹਿਲਾਂ ਲੱਖ, ਫਿਰ 10,000 ਵਰਾ ਰਹਿ ਗਈ, ਤੇ ਦੁਆਪਰ ਦੇ ਵਿੱਚ 1000 ਵਰਾ ਉਮਰ ਰਹਿ ਗਈ ਜੀਵਾਂ ਦੀ। ਪੂਜਾ ਕਰਨ ਭਜਨ ਪੁੰਨ ਨਾਮਾ। ਤੇ ਇਹਦੇ ਵਿੱਚ ਪਰਮੇਸ਼ਰ ਨੇ, ਇਹ ਗੁਰੂ ਰੂਪੀ ਵੈਦ ਨੇ, ਪਰਮੇਸ਼ਰ ਰੂਪੀ ਵੈਦ ਨੇ ਇਹ ਕਹਿ ਦਿੱਤਾ ਵੀ ਤੁਸਾਂ ਨੇ ਪੂਜਾ ਕਰਨੀ 16 ਪ੍ਰਕਾਰ ਦੀ, ਨਾਲ ਨਾਲ ਜਿਹੜਾ ਨਾਮ ਹੈ ਉਹਦਾ ਭਜਨ ਕਰਨਾ, ਸਿਮਰਨ ਕਰਨਾ ਹੈ। ਯਹ ਉਪਦੇਸ਼ ਕੀਓ ਸੁਖ ਧਾਮਾ। ਸੁੱਖਾਂ ਦੇ ਘਰ ਜੋ ਪਰਮੇਸ਼ਰ ਰੂਪ ਹੈ ਵੈਦ, ਗੁਰੂ ਰੂਪ ਵੈਦ ਹੈ, ਉਹਨਾਂ ਨੇ ਸੁੱਖਾਂ ਦਾ ਘਰ ਹੀ ਜੋ ਉਪਦੇਸ਼ ਇਹ ਕਰ ਦਿੱਤਾ ਵੀ 16 ਪ੍ਰਕਾਰ ਦੀ ਪੂਜਾ ਕਰਨੀ ਹੈ, ਨਾਲ ਹੀ ਨਾਮ ਸਿਮਰਨਾ ਹੈ। ਇਸ ਪ੍ਰਕਾਰ ਪੀ ਮਨੁਜ ਅਨੇਕਾ। ਇਸ ਪ੍ਰਕਾਰ ਕਰਕੇ ਵੀ ਅਨੇਕਾਂ ਹੀ ਮਨੁੱਖ ਦੁਆਪਰ ਵਿੱਚ ਉਦਰੇ ਯਗ ਤੇ ਪਾਏ ਵਿਵੇਕਾ। ਸੰਸਾਰ ਦੇ ਉੱਪਰ ਜੀਵ ਈਸ਼ ਦੀ ਏਕਤਾ ਦਾ ਗਿਆਨ ਪਾ ਕੇ, ਵਿਵੇਕ ਪਾ ਕੇ, ਅਭੇਦ ਗਿਆਨ ਨੂੰ ਪਾ ਕੇ, ਦੋਹਾਂ ਤੋਂ ਇੱਕ, ਆਪਣੇ ਦੋਹਾਂ ਤੋਂ ਇੱਕ ਸਰੂਪ ਨੂੰ ਕਰਕੇ ਜਿਹੜਾ ਬਹੁਤ ਜੀਵ ਇਸ ਗਿਆਨ ਨੂੰ ਪਾ ਕੇ ਸੰਸਾਰ ਤੋਂ ਉਧਰੇ ਪਾਰ ਹੋ ਗਏ ਦੁਆਪਰ ਵਿੱਚ। ਤ੍ਰੈ ਜੁਗ ਮਹਿ ਪੇਖ ਸ਼ਕਤ ਸਮੇਤਾ। ਇਸ ਤਰ੍ਹਾਂ ਗੁਰੂ ਰੂਪੀ ਵੈਦ ਨੇ, ਪਰਮੇਸ਼ਰ ਰੂਪੀ ਵੈਦ ਨੇ ਤ੍ਰੇਤੇ ਤਿੰਨਾਂ ਯੁੱਗਾਂ ਦੇ ਵਿੱਚ ਹੀ ਬਹੁਤ ਬਲ ਸ਼ਕਤੀ ਦੇ ਸਮੇਤ ਵੇਖ ਕੇ ਆਯੂ ਬਿਰਧ ਬਲ ਦਰਬ ਅਨੇਕਾ। ਕਿ ਇਹਨਾਂ ਦੀ ਉਮਰ ਵੀ ਜਿਹੜੀ ਵੱਡੀ ਹੈ, ਫਿਰ ਬਹੁਤੇ ਬਲ ਵਾਲੇ ਹਨ, ਇਹਨਾਂ ਕੋ ਮਾਇਆ ਧਨ ਵੀ ਬਹੁਤ ਹੈ। ਦਿਨ ਤੇ ਰਹਿਤ ਦੇਖ ਕਰ ਮਾਹੀ। ਉਹ ਤੇ ਤਿੰਨਾਂ ਯੁੱਗਾਂ ਦੇ ਸਮਾਂ ਵਿੱਚ ਐਸਾ ਸੀ ਵੀ ਉਮਰ ਵੱਡੀ ਸੀ, ਬਲ ਵੀ ਬਹੁਤਾ, ਪੈਸਾ ਵੀ ਬਹੁਤਾ ਸੀ, ਤੇ ਉਹ ਜਿਹੜੇ ਸਾਧਨ ਨਾਲ ਬਖਸ਼ੇ ਨਾਮ ਦੇ ਨਾਲ ਇਹਨਾਂ ਤੋਂ ਰਹਿਤ ਦੇ ਕੇ ਕਲਯੁਗ ਦੇ ਵਿੱਚ ਵੀ, ਕਲਯੁਗ ਦੇ ਜੀਵਾਂ ਕੋਲ ਨਾ ਤੇ ਬਹੁਤਾ ਪੈਸਾ ਹੀ ਹੈ, ਤੇ ਨਾ ਹੀ ਇਹਨਾਂ ਕੋ ਜਿਹੜੀ ਵੱਡੀ ਉਮਰ ਹੈ, ਨਾ ਬਹੁਤਾ ਬਲ ਹੈ। ਮਹਾਰੰਕ ਦੁਖ ਨ ਲੀਅ ਗਰਾਹੀ। ਮਹਾਨ ਦੁਖੀ ਕੰਗਾਲ ਹੈ, ਕੰਗੜੇ ਗਰੀਬੜੇ ਲੋਕ ਦੁੱਖਾਂ ਨੇ ਤੇ ਫੜ ਲਏ ਹੈ, ਦੁੱਖਾਂ ਵਿੱਚ ਹੀ ਗਰਸੇ ਹੋਏ ਹੈ। ਸਭ ਪ੍ਰਤ ਏਕ ਨਾਮ ਉਪਦੇਸ਼ਾ। ਇਹ ਸਭ ਕੁਝ ਵੇਖ ਕੇ ਤੇ ਸਾਰਿਆਂ ਦੇ ਪ੍ਰਤੀ ਗੁਰੂ ਰੂਪੀ ਜੋ ਪਰਮੇਸ਼ਰ ਰੂਪੀ ਵੈਦ ਹੈ, ਗੁਰੂ ਨਾਨਕ ਦੇਵ ਰੂਪ ਹੋ ਕੇ ਸਭ ਨੂੰ ਜਿਹੜਾ ਇੱਕ ਨਾਮ ਦਾ ਉਪਦੇਸ਼ ਕੀਤਾ ਵੀ ਇੱਕ ਨਾਮ ਹੀ ਜਪਣਾ ਹੈ ਇਕੱਲਾ। ਕਲਯੁਗ ਵਿੱਚ ਕਲ ਕੇਵਲ ਨਾਮ ਆਧਾਰ, ਬਸ ਕੇਵਲ ਨਾਮ ਦੇ ਆਸਰੇ ਹੈ ਕਲਯੁਗ, ਨਾਮ ਹੀ ਜਪਣਾ ਇਹ ਉਪਦੇਸ਼ ਕੀਤਾ। ਵੇਦ ਕਿਰਪਾਲ ਵੈਦ ਕਿਰਪਾਲ ਗੁਰੂ ਜਗਤੇਸ਼ਾ। ਜੋ ਜਗਤ ਦੇ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ ਕਿਰਪਾਲੂ ਹੈ, ਮਹਾਨ ਵੈਦ ਹਨ, ਤੇ ਉਦੋਂ ਉਮਰਾਂ ਵੀ ਵੱਡੀਆਂ, ਜਵਾਨ ਵੀ ਵੱਡੇ ਸਰੂਪ ਸਨ, ਸਾਡੇ ਜਿੰਨੇ ਨਹੀਂ ਸਨ, ਵੱਡੀਆਂ ਵੱਡੇ ਸਰੀਰ, ਫਿਰ ਉਹਨਾਂ 'ਚ ਬਲ ਵੀ ਬਹੁਤਾ, ਵੱਡਾ ਸਰੀਰ ਤੇ ਬਲ ਵੀ ਬਹੁਤਾ ਹੋਣਾ ਹੈ, ਤੇ ਪੈਸਾ ਵੀ ਬਹੁਤ ਸੀ। ਹੁਣ ਤੇ ਲੋਕ ਕਹਿੰਦੇ ਵੀ ਬਹੁਤ ਪੈਸਾ ਸਾਡੇ ਕੋਲ, ਹੁਣ ਕਲਯੁਗ 'ਚ ਕਿਹੜਾ ਹੈ ਨਹੀਂ ਹੈ, ਪਰ ਇਹ ਪੈਸਾ ਕੁਝ ਵੀ ਨਹੀਂ ਹੈ। ਕਿੰਨਾ ਕੁ ਲੰਗਰ ਲਾ ਲੈਂਦੇ ਅਸੀਂ, ਜੇ ਲਾਉਂਦੇ ਹਾਂ ਤੇ ਕਿੰਨੇ ਘਰ ਬੁਲਾ ਲੈਂਦੇ ਹਾਂ। ਪਹਿਲਾਂ ਯੱਗ ਕੀਤੇ ਜਾਂਦੇ ਸਨ ਐਨੇ ਕੋਹਾਂ ਦੇ ਵਿੱਚ, ਤੇ ਕਈ ਦਿਨ ਜਿਹੜਾ ਯੱਗ ਹੋਣਾ, ਸਾਰੇ ਦੇਸ਼ ਨੇ ਭੋਜਨ ਛਕਣੇ, ਫਿਰ ਜਿਹੜੇ ਬ੍ਰਾਹਮਣ ਖੱਤਰੀ ਆਦਿਕ ਵੱਡੀਆਂ ਜਾਤਾਂ ਦੇ ਆਉਣੇ, ਉਹਨਾਂ ਨੂੰ ਦਾਨ ਪੁੰਨ ਕਰਨਾ ਖੁੱਲ੍ਹਾ ਹੀ, ਸੋਨਾ ਚਾਂਦੀ ਆਦਿਕ ਬਹੁਤ, ਤੇ ਬਲ ਵਾਲੇ ਵੀ ਬਹੁਤ, ਜਾਨਾਂ ਵਾਲੇ ਵੀ ਬਹੁਤ। ਹੁਣ ਕਲਯੁਗ ਦੇ ਜੀਵ ਸਾਡੇ ਵਰਗੇ ਪਤਾ ਨਹੀਂ ਕਿੱਥੇ ਡਿੱਗ ਪੈਣੇ ਆ। ਨਾ ਤਾਪੀ ਕਰਨ ਜੋਗੇ ਹੈ, ਨਾ ਪੈਸੇ ਵਿੱਚ ਹੀ ਬਹੁਤੇ ਮਹਾਨ ਹੈ, ਨਾ ਸਰੀਰਾਂ ਕਰਕੇ ਬਹੁਤੇ ਤਗੜੇ ਆ, ਸਰੀਰ ਵੀ ਇੰਨੇ ਤਗੜੇ ਨਹੀਂ ਹੈ। ਕੋਈ ਆ ਹਜ਼ਾਰਾਂ ਵਿੱਚੋਂ ਕੋਈ 6-7.5 ਫੁੱਟ ਦਾ ਨਿਕਲ ਆਵੇ, ਜਾਂ 7 ਫੁੱਟ ਦਾ, ਨਹੀਂ ਤੇ 6-6.25 ਦੇ ਵਿੱਚ ਹੀ ਸਾਰੀ ਦੁਨੀਆ ਤੁਰੀ ਫਿਰ ਰਹੀ ਹੈ। ਤੇ ਉਹ ਜਿਹੜੇ ਪਹਿਲੇ ਯੁੱਗ ਉਹਨਾਂ ਵਿੱਚ ਉਮਰਾਂ ਵੱਡੀਆਂ, ਸਰੀਰ ਵੱਡੇ, ਤੇ ਜਿਹਦੇ ਕਰਕੇ ਪਰਮੇਸ਼ਰ ਨੇ, ਗੁਰੂ ਪਰਮੇਸ਼ਰ ਨੇ ਵੈਦ ਰੂਪ ਹੋ ਕੇ ਨਾਲੇ ਨਾਮ ਸਿਮਰਨ ਦਿੱਤਾ, ਨਾਲੇ ਜਿਹੜੇ
ਸਾਧਨ ਦੇ ਦਿੱਤੇ ਪੁੜੀ ਦੇ ਸਮਾਨ। ਨਿਜ ਢਿਗ ਮੋਲ ਰੂਪ ਮਤ ਨਾਹੀ। ਇਸ ਤਰ੍ਹਾਂ ਮਹਾਰਾਜ ਨੇ ਜਾਣਿਆ ਵੀ ਇਹ ਕਲਯੁਗ ਦੇ ਵਿੱਚ ਇਹਨਾਂ ਦੀ ਆਪਣੇ ਕੋਲ ਜਿਹੜੀ ਚੰਗੀ ਬੁੱਧੀ ਰੂਪ ਮੁੱਲ ਹੈ, ਚੰਗੀ ਅਕਲ ਮਤ ਰੂਪੀ ਮੁੱਲ ਹੈ, ਉਹ ਹੈ ਨਹੀਂ ਇਹਨਾਂ ਕੋਲ। ਸੰਸਕ੍ਰਿਤ ਕੋ ਲਖ ਨਾ ਸਕਾਹੀ। ਸੰਸਕ੍ਰਿਤ ਜਿਹੜੀ ਉਹਨੂੰ ਪੜ੍ਹਨਾ ਇਹ ਜਾਣ ਹੀ ਨਹੀਂ ਸਕਦੇ। ਸੰਸਕ੍ਰਿਤ ਦੇ ਜਿਹੜੇ ਸਿਧਾਂਤ ਹੈ, ਮਹਿਣੇ ਉਹ ਜਾਣ ਨਹੀਂ ਸਕਦੇ, ਸਮਝ ਨਹੀਂ ਸਕਦੇ, ਕਿਉਂਕਿ ਬੁੱਧੀ ਤੋਂ ਹੀਣੇ ਹੈ ਕਲਯੁਗੀ ਜੀਵ, ਸਮਾਂ ਵੀ ਥੋੜਾ ਹੈ। ਦੀਨਾ ਤਬ ਸਤ ਗੁਰੂ ਨਿਜ ਪਾਸਾ। ਸਤਿਗੁਰੂ ਜੀ ਨੇ ਫਿਰ ਆਪਣੇ ਪਾਸੋਂ ਇਹ ਜਿਹੜਾ ਮੁੱਲ ਦੇ ਦਿੱਤਾ, ਜਿਵੇਂ ਉਹ ਵੈਦ ਨੇ ਆਪਣੇ ਕੋਲੋਂ ਗਰੀਬ ਨੂੰ ਮੁੱਲ ਦੇ ਦਿੱਤਾ ਸੀ। ਦੇਸ਼ਨ ਭਾਖਾ ਮਾਹੇ ਪ੍ਰਕਾਸ਼ਾ। ਦੇਸ਼ ਬੋਲੀ ਵਿੱਚ, ਆਪਣੀ ਦੇਸ਼ ਭਾਸ਼ਾ ਵਿੱਚ ਹੀ ਇਹ ਗੁਰਬਾਣੀ ਪ੍ਰਗਟ ਕਰ ਦਿੱਤੀ, ਇਹ ਮੁੱਲ ਦੇ ਦਿੱਤਾ। ਜਿਵੇਂ ਉਹ ਵੈਦ ਨੇ ਗਰੀਬ ਸੀ ਨਾ, ਉਹ ਕੰਗਾਲ, ਤੇ ਉਹਨੂੰ ਆਪਣੇ ਕੋਲੋਂ ਮੁੱਲ ਦਿੱਤਾ ਵੀ ਜਵੈਣ ਖਾ ਲਾ ਤੇ ਤੂੰ ਠੀਕ ਹੋ ਜਾਏਗਾ। ਇਸੇ ਤਰ੍ਹਾਂ ਗੁਰੂ ਰੂਪੀ ਵੈਦ ਨੇ ਬਾਣੀ ਰੂਪ ਦੇਸ਼ ਭਾਸ਼ਾ ਸੁਖਾਲੇ ਢੰਗ ਨਾਲ ਸਾਨੂੰ ਮੁੱਲ ਦੇ ਦਿੱਤਾ ਵੀ ਨਾਮ ਰੂਪੀ ਜਿਹੜੀ ਜਵੈਣ ਉਹ ਛਕ ਲਓ ਤੇ ਤੁਸੀਂ ਠੀਕ ਹੋ ਜਾਓਗੇ, ਜਮਾਂ ਦੀ ਪੀੜਾ ਨਾਸ ਹੋ ਜਾਏਗੀ। ਸੰਸਕ੍ਰਿਤ ਕੋ ਪੜ ਨਹ ਜਾਣਹ। ਤੇ ਕਾਲਯੁਗ ਦੇ ਵਿੱਚ ਇਹ ਵੀ ਮਹਾਰਾਜ ਨੇ ਦੇਖਿਆ ਵੀ ਸੰਸਕ੍ਰਿਤ ਜਿਹੜੀ ਹੈ ਉਹਨੂੰ ਇਹ ਪੜ੍ਹਨਾ ਵੀ ਨਹੀਂ ਜਾਣ ਸਕਦੇ। ਇਹ ਵਿਦ ਮਹਿਮਾ ਨਾਮ ਪਛਾਨਹ। ਜਦੋਂ ਸੰਸਕ੍ਰਿਤ ਨੂੰ ਪੜ੍ਹਨਾ ਹੀ ਨਹੀਂ ਜਾਣਨਗੇ, ਫਿਰ ਕਿਸ ਤਰ੍ਹਾਂ ਨਾਲ ਜਿਹੜੀ ਨਾਮ ਦੀ ਮਹਿਮਾ ਪਛਾਣਨਗੇ? ਨਾ ਵੇਦ ਪੜ੍ਹਨਗੇ, ਨਾ ਪੁਰਾਣ ਪੜ੍ਹਨਗੇ, ਤੇ ਨਾਮ ਦੀ ਮਹਿਮਾ ਕਿਵੇਂ ਜਾਣਨਗੇ? ਤਾਂਤੇ ਸਤਿਗੁਰ ਸ੍ਰੀ ਮੁਖ ਬਾਣੀ। ਤਾਂਤੇ ਨਹੀਂ, ਤਾਂ ਤੇ ਇਸੇ ਵਾਸਤੇ ਸਤਿਗੁਰ ਜੀ ਨੇ ਸੁਭਾਏਮਾਨ ਮੁਖ ਤੋਂ ਧੁਰ ਕੀ ਬਾਣੀ, ਸੱਚ ਕੀ ਬਾਣੀ, ਗੁਰਬਾਣੀ ਰਚ ਦੇਨੀ ਲੋਕਨ ਗਤਦਾਨੀ। ਲੋਕਾਂ ਦੀ ਮੁਕਤੀ ਕਰ ਦੇਣ ਵਾਲੀ ਇਹ ਗੁਰਬਾਣੀ ਰਚ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਸੁਖਾਲੇ ਢੰਗ ਨਾਲ ਵੀ ਹਰ ਕੋਈ ਪੜ੍ਹ ਸੁਣ ਸਕੇ। ਜਿਉ ਸਾਗਰ ਤੇ ਬਾਰਤ ਬਾਰੀ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਜਿਹੜੇ ਬੱਦਲ ਹੈ ਉਹ ਪਾਣੀ ਨੂੰ ਲੈ ਕੇ ਪੀਵਤ ਹੈ ਹਿਤ ਪਰ ਉਪਕਾਰੀ। ਉਹ ਬੱਦਲ ਪਾਣੀ ਨੂੰ ਪੀਂਦੇ ਆ ਸਮੁੰਦਰ ਵਿੱਚੋਂ, ਕਾਹਦੇ ਵਾਸਤੇ? ਆਪਣੇ ਵਾਸਤੇ ਨਹੀਂ, ਪਰ ਉਪਕਾਰ ਕਰਨ ਵਾਸਤੇ, ਦੂਸਰਿਆਂ ਦਾ ਭਲਾ ਕਰਨ ਵਾਸਤੇ। ਖਾਰੋ ਹੋਤੋ ਮਧੁਰ ਸੋਤ ਕਰਕੇ। ਇਹ ਜਿਹੜਾ ਸਮੁੰਦਰ ਵਿੱਚ ਪਾਣੀ ਹੁੰਦਾ ਉਹ ਖਾਰਾ ਹੁੰਦਾ, ਕੌੜਾ ਹੁੰਦਾ, ਉਹ ਬੱਦਲ ਉਸ ਪਾਣੀ ਨੂੰ ਮਿੱਠਿਆਂ ਕਰਕੇ ਵਰਖਾ ਵਹਿ ਸਭ ਦੇਸ਼ਨ ਫਿਰ ਕੇ। ਸਾਰਿਆਂ ਦੇਸ਼ਾਂ ਵਿੱਚ ਇੱਧਰ ਉੱਧਰ ਫਿਰ ਕੇ ਹਵਾ ਨਾਲ ਜਾ ਕੇ ਬਾਰਿਸ਼ਾਂ ਕਰਦੇ ਐ, ਵਰਸਦੇ ਹਨ, ਪਾਣੀ ਦਿੰਦੇ ਐ ਸਭ ਧਰਤੀ ਨੂੰ। ਜੀਵ ਜੰਤ ਤਬ ਹੀ ਸੁਖ ਪਾਹੀ। ਜਦੋਂ ਉਹ ਮੀਂਹ ਪੈਂਦਾ, ਬਾਰਿਸ਼ ਹੁੰਦੀ ਹੈ, ਜਿਹੜੇ ਵੱਡੇ ਜੀਵ ਹੈ, ਜੰਤੂ ਜਿਹੜੇ ਛੋਟੇ ਹੈ, ਸੂਖਮ ਜੀਵ ਹੈ, ਸਾਰੇ ਸੁਖ ਪਾਉਂਦੇ ਐ। ਮੀਂਹ ਪਾਇਆ ਪਰਮੇਸ਼ਰ ਪਾਇਆ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਸੰਕਟ ਆਪਨੋ ਦੇ ਨਸਾਹੀ। ਆਪਣਾ ਜਿਹੜਾ ਸੰਕਟ ਹੈ ਨਾ, ਤਪਸ਼ ਰੂਪੀ ਜਿਹੜੇ ਤਪਦੇ ਆ ਉਹ ਨਸਾ ਦਿੰਦੇ ਆ, ਨਾਸ ਕਰ ਲੈਂਦੇ ਹਨ। ਤਿਉ ਜੋ ਵੇਦ ਪੁਰਾਨ ਮਹਾਨਾ। ਤਿਵੇਂ ਜੋ ਵੇਦ, ਚਾਰ ਵੇਦ ਹੈ ਤੇ ਫਿਰ ਪੁਰਾਣ ਹੈ ਮਹਾਨ। ਹੈ ਅਪਾਰ ਸੇ ਸਿੰਧ ਸਮਾਨਾ। ਇਹ ਵੇਦ ਦੇ ਪੁਰਾਣ ਜਿਵੇਂ ਵੱਡਾ ਸਮੁੰਦਰ ਹੁੰਦਾ, ਪਾਰਾਵਾਰ ਤੋਂ ਰਹਿ ਦੋਦੇ ਸਮਾਨ ਹਨ। ਖਾਰ ਪਨੋ ਤਿਨ ਮਹਾ ਕਠਨਾਈ। ਜਿਵੇਂ ਸਮੁੰਦਰ ਵਿੱਚ ਖਾਰਾਪਨ ਹੁੰਦਾ ਹੈ, ਇਹ ਵੇਦਾਂ ਪੁਰਾਣਾਂ ਵਿੱਚ ਖਾਰਾਪਨ ਕੀ ਹੈ ਵੀ ਜਿਹੜੇ ਪੜ੍ਹੇ ਨਹੀਂ ਨਾ ਜਾਂਦੇ, ਪੜ੍ਹਨੇ ਔਖੀ ਸੰਸਕ੍ਰਿਤ, ਇਹ ਇਹਨਾਂ ਵਿੱਚ ਕਠਿਨਾਈ ਹੈ, ਕਠਿਨਤਾਈ ਹੈ, ਜਿਹੜੇ ਪੜ੍ਹੇ ਨਹੀਂ ਜਾਂਦੇ। ਉਹਨਾਂ ਕਹਿ ਉਚਿਤ ਨਾ ਉਚਿਤ ਲਖਾਈ। ਉਚਿਤ ਫਿਰ ਇਹ ਵੇਦ ਪੁਰਾਣ ਕਿਸੇ ਦੇ ਪੜ੍ਹਨੇ ਯੋਗ ਹੈ, ਕਿਸੇ ਦੇ ਪੜ੍ਹਨੇ ਯੋਗ ਨਹੀਂ ਹੈ। ਕਈ ਇਹਨੂੰ ਜਾਣ ਨਹੀਂ ਪਾਉਂਦੇ, ਸਮਝ ਨਹੀਂ ਪਾਉਂਦੇ ਹੈ ਵੀ ਵੇਦ ਜਿਹੜੇ ਆ ਬ੍ਰਾਹਮਣ ਹੀ ਪੜ੍ਹ ਸਕਦੇ ਜਾਂ ਪੜ੍ਹਾ ਸਕਦੇ ਆ। ਬ੍ਰਾਹਮਣ ਤੇ ਦੋਵੇਂ ਕੰਮ ਹੀ ਕਰ ਸਕਦਾ, ਪੜ੍ਹਾ ਵੀ ਸਕਦਾ ਤੇ ਪੜ੍ਹ ਵੀ ਸਕਦਾ ਹੈ। ਖੱਤਰੀ ਪੜ੍ਹ ਸਕਦਾ ਹੈ, ਪੜ੍ਹਾ ਨਹੀਂ ਸਕਦਾ। ਵੈਸ ਸੁਣ ਸਕਦਾ ਹੈ, ਤੇ ਜਿਹੜਾ ਸ਼ੂਦਰ ਹੈ ਉਹ ਨਾ ਪੜ੍ਹ ਸਕਦਾ ਨਾ ਸੁਣ ਸਕਦਾ ਹੈ। ਐਵੇਂ ਇਹ ਜਿਹੜੇ ਵੇਦ ਪੁਰਾਣ ਹੈ, ਇਹਨਾਂ ਨੂੰ ਇਹ ਕਿਸੇ ਪੜ੍ਹਨੇ ਯੋਗ ਹੈ,
ਕਿਸੇ ਦੇ ਪੜ੍ਹਨੇ ਯੋਗ ਨਹੀਂ ਹੈ, ਕਈਆਂ ਨੂੰ ਇਹ ਸਮਝ ਨਹੀਂ ਪੈਂਦੇ, ਜਾਣੇ ਨਹੀਂ ਪੈਂਦੇ। ਸਰਬ ਸਾਰ ਜੋ ਤਿਨ ਕੇ ਮਾਹੀ। ਇਹਨਾਂ ਵੇਦਾਂ ਪੁਰਾਣਾਂ ਵਿੱਚ ਸਾਰਾ ਜਿਹੜਾ ਸ੍ਰੇਸ਼ਟ ਸਾਰ ਸਿਧਾਂਤ ਹੈ। ਗੁਰੂ ਘਨ ਰੂਪ ਲੀਨ ਸੋਗਰਾਹੀ। ਗੁਰੂ ਪਰਮੇਸ਼ਰ ਜੋ ਬੱਦਲ ਰੂਪ ਹੈ, ਤੇ ਗੁਰੂ ਰੂਪੀ ਬੱਦਲ ਵੇਦਾਂ ਪੁਰਾਣਾ ਰੂਪੀ ਸਮੁੰਦਰ ਦੇ ਵਿੱਚੋਂ ਜਿਹੜਾ ਉਹ ਜਲ ਲੈ ਕੇ, ਜਿਹੜਾ ਸਾਰ ਸਿਧਾਂਤ ਰੂਪੀ ਜਲ ਲੈ ਕੇ ਗ੍ਰਹਿਣ ਕਰ ਲਿਆ, ਜੋ ਵੇਦਾਂ ਵਿੱਚ ਗਿਆਨ ਕਾਂਡ ਹੈ, 4000 ਸੁਰਤੀਆਂ, ਹੋਰ ਕਰਮ ਕਾਂਡ ਕੁਝ ਇਤਿਆਦਿਕ ਜਿਹੜਾ ਸਾਰ ਸਿਧਾਂਤ ਉਹਨੂੰ ਗ੍ਰਹਿਣ ਕਰ ਲਿਆ ਹੈ ਗੁਰੂ ਰੂਪੀ ਬੱਦਲ ਨੇ। ਸੁਖਮ ਕੀਨ ਸਭ ਦੇਸ਼ ਮਝਾਰੀ। ਇਹ ਸਾਰਿਆਂ ਦੇਸ਼ਾਂ ਦੀ ਜਿਹੜੀ ਦੇਸ਼ ਭਾਸ਼ਾ ਹੈ, ਸੁਖਾਲੇ ਢੰਗ ਨਾਲ ਭਾਸ਼ਾ, ਉਹਦੇ ਵਿੱਚ ਗੁਰਬਾਣੀ ਸੌਖੇ ਢੰਗ ਤਰੀਕੇ ਨਾਲ ਹੀ ਉਚਾਰਨ ਕਰ ਦਿੱਤੀ, ਉਹਦੀ ਰਚਨਾ ਕੀਤੀ ਬਾਣੀ ਦੀ। ਸਭ ਤੇ ਉਚਿਤ ਜੇ ਹੈ ਨਰ ਨਾਰੀ। ਜੋ ਬਾਣੀ ਸਭ ਮਾਈ ਭਾਈ ਦੇ ਪੜ੍ਹਨੇ ਯੋਗ ਹੈ, ਹਰ ਕੋਈ ਇਹਨੂੰ ਪੜ੍ਹ ਸੁਣ ਲੈਂਦਾ ਹੈ, ਸਮਝ ਲੈਂਦਾ ਹੈ। ਰਾਏ ਕੇ ਰੰਕ ਊਚ ਕੈ ਨੀਚਾ। ਭਾਵੇਂ ਕੋਈ ਰਾਜਾ ਹੋਵੇ ਉਹ ਵੀ ਪੜ੍ਹ ਸੁਣ ਸਕਦਾ ਹੈ, ਭਾਵੇਂ ਕੋਈ ਕੰਗਾਲ ਹੋਵੇ ਉਹ ਵੀ ਪੜ੍ਹ ਸੁਣ ਸਕਦਾ, ਉੱਚੀ ਜਾਤ ਵਾਲਾ ਉਹ ਵੀ ਪੜ੍ਹ ਸੁਣ ਸਕਦਾ ਹੈ, ਨੀਚ ਜਾਤ ਵਾਲਾ ਉਹ ਵੀ ਪੜ੍ਹ ਸੁਣ ਸਕਦਾ ਹੈ। ਉਧਰ ਜੋ ਵੇਦ ਹੈ, ਜਿਹੜਾ ਸ਼ੂਦਰ ਉਹ ਤੇ ਨਾ ਪੜ੍ਹ ਸਕਦਾ ਨਾ ਸੁਣੀ ਸਕਦਾ ਹੈ ਬਿਲਕੁਲ ਵੀ। ਪੜ੍ਹੈ ਕਮਾਏ ਤਰ ਜਗ ਬੀਚਾ। ਜਿਹੜਾ ਵੀ ਕੋਈ ਮਾਈ ਭਾਈ ਸਿੱਖ ਭਗਤ ਹੋ ਕੇ ਬਾਣੀ ਨੂੰ ਪੜ੍ਹੇਗਾ, ਫਿਰ ਕਮਾਈ ਕਰੇਗਾ, ਉਹ ਸੰਸਾਰ ਸਮੁੰਦਰ ਤੋਂ ਬੜਾ ਸੌਖਾ ਹੀ ਤਰ ਜਾਵੇਗਾ, ਪਾਰ ਲੰਘ ਜਾਵੇਗਾ। ਕਹਿ ਬਾਲਾ ਸੁਣੀਏ ਸਭ ਸ਼ਰੋਤਾ। ਭਾਈ ਬਾਲਾ ਜੀ ਕਹਿ ਰਹੇ ਹੈ ਵੀ ਸਭ ਕਥਾ ਨੂੰ ਸੁਣਨ ਵਾਲੇ ਸਰੋਤੇ ਜਣੋ ਅੱਗੇ ਵੀ ਸੁਣੀਏ। ਏਕ ਨਾਮ ਤੇ ਮੁਕਤ ਉਦੋਤਾ। ਮੁੱਖ ਦੀ ਗੱਲ ਇਹੀ ਹੈ ਵੀ ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿਹੜੇ ਹੈ, ਇੱਕ ਨਾਮ ਤੋਂ ਹੀ ਮੁਕਤੀ ਪ੍ਰਗਟ ਹੁੰਦੀ ਹੈ, ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਦੀ। ਜੁਗ ਚਾਰੇ ਨਾਮ ਵਡਿਆਈ ਹੋਈ। ਹਉਮੈ ਤਜ ਸਿਮਰਹੁ ਲਿਵ ਲਾਈ। ਇਸ ਕਰਕੇ ਹਉਮੈ ਹੰਕਾਰ ਨੂੰ ਛੱਡ ਕੇ, ਦੇਹ ਅਭਿਮਾਨ ਨੂੰ ਛੱਡ ਕੇ, ਮੈਂ ਮੇਰੀ ਨੂੰ ਛੱਡ ਕੇ, ਇੱਕ ਜੋ ਪਰਮੇਸ਼ਰ ਦਾ ਨਾਮ ਹੈ ਉਹਦੇ ਵਿੱਚ ਲਿਵ ਲਾ ਕੇ ਹਰ ਹਰ ਨਾਮ ਨੂੰ ਸਿਮਰੋ, ਵਾਹਿਗੁਰੂ ਨਾਮ ਨੂੰ ਸਿਮਰੋ। ਜਗ ਬੰਧਨ ਤੇ ਦੇ ਛਡਾਈ। ਜੋ ਨਾਮ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਤੋਂ ਛੁਡਾ ਦਿੰਦਾ ਹੈ। ਜਹ ਹਉਮੈ ਤਹ ਨਾਮ ਨਾ ਬਸਈ। ਇੱਕ ਇਹ ਵੀ ਗੱਲ ਹੈ ਗੁਰੂ ਜੀ ਦਾ ਸਿਧਾਂਤ, ਜਿੱਥੇ ਹਉਮੈ ਹੰਕਾਰ ਹੈ ਉੱਥੇ ਨਾਮ ਨਹੀਂ ਵਸਦਾ ਹੈ। ਜਹਾਂ ਨਾਮ ਤਹ ਹਉਮੈ ਨਬਈ। ਹਉਮੈ ਨਸਈ। ਜਿੱਥੇ ਨਾਮ ਹੈ ਉੱਥੇ ਹਉਮੈ ਜਿਹੜੀ ਉਹ ਨਾਸ ਹੋ ਜਾਂਦੀ ਹੈ। ਕਦੀ ਵੀ ਇੱਕ ਭਾਂਡੇ ਵਿੱਚ ਲੱਸੀ ਤੇ ਦੁੱਧ ਨਹੀਂ ਰਹਿ ਸਕਦਾ ਹੈ। ਭਾਂਡੇ ਵਿੱਚ ਜਾਂ ਲੱਸੀ ਰੱਖ ਲਓ ਜਾਂ ਦੁੱਧ ਰੱਖ ਲਓ। ਇਹ ਜਿਹੜਾ ਖਟਿਆਈ ਹੈ, ਹੰਕਾਰ ਹੈ, ਉਹ ਜਿੱਥੇ ਨਾਮ ਹੈ ਉੱਥੇ ਉਹ ਨਾਮ ਕੀ ਦੁੱਧ ਵਾਂਗ ਅੰਮ੍ਰਿਤ ਵਰਗਾ ਨਾਮ ਹੈ। ਅਤੇ ਜੇ ਉਹ ਦੁੱਧ ਵਿੱਚ ਲੱਸੀ ਪਾ ਦੇਵਾਂਗੇ ਤਾਂ ਉਹ ਦੁੱਧ ਫੁੱਟ ਜਾਊਗਾ। ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਹਉਮੈ ਨਹੀਂ ਹੁੰਦੀ ਹੈ। ਜਿੱਥੇ ਹਉਮੈ ਉੱਥੇ ਨਾਮ ਨਹੀਂ ਹੁੰਦਾ, ਨਾਮ ਉੱਥੋਂ ਨਸ ਜਾਂਦਾ ਹੈ। ਕਹੀ ਨਾ ਜਾਣਾ ਇਹ ਮਮ ਬਾਣੀ। ਇੱਥੋਂ ਹੀ ਸਾਨੂੰ ਸਮਝ ਲੈਣਾ ਚਾਹੀਦਾ, ਜਿੰਨਾ ਅੰਦਰ ਹੰਕਾਰ ਹੈ ਸਮਝ ਲਓ ਵੀ ਉੱਥੇ ਨਾਮ ਕਿਤੇ ਹੈ ਹੀ ਨਹੀਂ। ਜਿੰਨਾ ਮਰਜ਼ੀ ਉਹ ਆਪਣੇ ਆਪ ਨੂੰ ਸਾਬਤ ਕਰਨ ਵੀ ਅਸੀਂ ਨਾਮ ਦੇ ਰਸੀ ਹਾਂ, ਅਸੀਂ ਨਾਮ ਜਪਦੇ ਹਾਂ, ਦੂਜਿਆਂ ਨੂੰ ਸਿੱਖਿਆ ਦੇਈ ਜਾਣ ਕਈ ਤਰ੍ਹਾਂ ਦੀ ਸਾਡੇ ਵਰਗੇ ਹੋ ਕੇ ਵੀ ਐਵੇਂ ਕਰੋ ਜੀ ਤਿਵੇਂ ਕਰੋ। ਪਰ ਜੇ ਜਿਨ੍ਹਾਂ ਅੰਦਰ ਨਾਮ ਹੈ ਉਹਨਾਂ ਦੇ ਨਿਮਰਤਾ ਬਹੁਤ ਹੁੰਦੀ ਹੈ, ਉਹਨਾਂ ਦੇ ਸ਼ਾਂਤੀ ਹੁੰਦੀ ਹੈ। ਅਤੇ ਸਾਡੇ ਕੋਲ ਤਾਂ ਕਦੇ ਨਿਮਰਤਾ ਹੈ ਹੀ ਨਹੀਂ। ਇੱਧਰੋਂ ਕੋਈ ਗੱਲ ਕਹਿੰਦਾ ਇੱਧਰੋਂ ਜਰੀ ਨਹੀਂ ਜਾਂਦੀ ਹੈ। ਇੱਥੋਂ ਹੀ ਸਮਝ ਲੈਣਾ ਚਾਹੀਦਾ ਵੀ ਕਿਸ ਅਵਸਥਾ ਦਾ ਮਾਲਕ ਹੈ ਗਿਆਨੀ। ਭਾਖੀ ਸ੍ਰੀ ਸਤਿਗੁਰੂ ਗਤ ਦਾਨੀ। ਭਾਈ ਬਾਲਾ ਜੀ ਕਹਿ ਰਹੇ ਵੀ ਇਹ ਜੋ ਵੀ ਮੈਂ ਵਿਚਾਰ ਬਾਣੀ ਕਹੀ ਹੈ ਮੇਰੀ ਨਾ ਜਾਣਿਓ ਸਰੋਤਿਓ, ਇਹ ਤੇ ਸ੍ਰੀ ਸਤਿਗੁਰੂ ਮੁਕਤੀ ਦਾਤੇ ਜੋ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਬਾਣੀ ਰੂਪ ਆਪਣੇ ਬਚਨਾਂ ਰਾਹੀਂ ਇਹ ਕਥਨ ਕੀਤੀ ਹੈ। ਇਹ ਸਾਰੇ ਇਹ ਸਪਸ਼ਟ ਕੀਤਾ ਵੀ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ ਆਪੋ ਵਿੱਚ, ਇੱਕ ਥਾਂ ਦੋਵੇਂ ਨਹੀਂ ਵਸ ਸਕਦੇ। ਇਸੇ ਤਰ੍ਹਾਂ ਹੋਰ ਵੀ ਮਹਾਰਾਜ ਨੇ ਕਿਹਾ ਵੀ ਹਉ ਆਪੋ ਬੋਲਣਾ ਜਾਣਦਾ ਮੈਂ, ਕਹਿਆ ਸਭ ਹੁਕਮਾਓ ਜੀਓ।
ਗੁਰ ਮਹਿ ਆਪ ਸਮੋਏ ਸ਼ਬਦ ਵਰਤਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਤੇ ਸੱਚੀ ਸਿਫਤ ਸਲਾਹੇ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਗੁਰਮਤਿ ਖਾਧਾ ਰਜ ਤਿਨ ਤਿਨ ਸੁਖ ਪਾਇਆ, ਢਾਡੀ ਕਰੇ ਬਸਾਓ ਸ਼ਬਦ ਵਜਾਇਆ। ਤੇ ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ, ਸੱਚੀ ਸਿਫਤ ਸਲਾਹ ਹੈ, ਇਹ ਸਤਿਗੁਰ ਜੀ ਨੇ ਭਾਈ ਬਾਲਾ ਕਹਿੰਦੇ ਸਾਨੂੰ ਸਰੋਪਾ ਦਿੱਤਾ ਹੈ। ਉਹਦੇ ਗੁਰਬਾਣੀ ਜੋ ਸਾਨੂੰ ਸਰੋਪਾ ਦਿੱਤਾ, ਉਹਦੇ ਸਾਰ ਸਿਧਾਂਤ ਨਾਲ ਹੀ ਮੈਂ ਵਿਸਥਾਰ ਕੀਤਾ। ਅੱਗੇ ਗੁਰਬਾਣੀ ਵਿੱਚ ਵੀ ਬਚਨ ਆਉਂਦੇ ਹੀ ਹੈ ਭਗਤ ਮਹਾਰਾਜ ਜੀ ਦੇ ਵੀ ਸਤਿਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, तीनों युग तीनों दृढ़ कल केवल नाम आधार है। भी सतयुग ਵਿੱਚ सच बोलते सी सारे, सत प्रतगी सन, भावें कोई दुष्ट भी सी वो भी सच ही बोलता सी। ते त्रेते ਵਿੱਚ जग दी परमेश्वर ने विधि बनाई, ते दुआपर ਵਿੱਚ 16 प्रकार की पूजा बख्श दी, नाल नाम बख्श दिता। तिन्ना युगां ਵਿੱਚ तिन्ने चीज़ां दृढ़ कीतियां। कल युग दे ਵਿੱਚ उम्र घट जान के, बल जान के भी बल भी नहीं है, पैसा भी नहीं है बहुता जीवां को, उम्र थोड़ी है, हठ योग के चक्कर च पैणगे ते पता नहीं कदों शरीर की शुद्धि होवे। नाम किहड़े वेले जपणगे, जग करनगे किहड़े वेले नाम जपणगे, जिहदे करके परमेश्वर ने केवल नाम ही बख्श दिता। भी उम्र भी थोड़ी 100 साल की है कुल, ते नाम जपण जीव जिहदे करके पार उतारा होवे। जिवें उधर वैद ने गरीब जान के अपने कोलों मुल दिता, ते उन्हें अजवैन खाधी ते ठीक होया। इस तरह गुरु की वैद हैं, गुरु रूपी वैद ने सानू गुरबाणी रूप जिहड़ा मुल दे दिता, ते क्या भी गुरबाणी दे द्वारा जिहड़ा नाम अजवैन है इनू छको। जिहड़ी जमा की पीड़ा है, जमा का दुख है, ये वड्डा सूल है, इनू नाश करो। वो नाम जप के पार उतारा है। नाम बिना कहो को तरिया। ते वो जिहड़े साधन है वो भी महान सन, पर समय के नाल ही सानू परमेश्वर ने नाम बख्शिया। नहीं तो जो कोई प्रचारक कथा करते वो सब गल्लां दा खंडन करना शुरू कर देंगे। आह गल नहीं चंगी जी, सानू गुरु ने इदां समझाया जी, वो गल नहीं है। सतगुरु जी ने सानू समय नाल समझाया, समा थोड़ा जिहदे करके नाम की महानता दसी है। नाम बिना सब कूड़ गाली होशियाँ, सिमरत वेद पुकार न पोथियाँ। भी जिहड़े वेद पुराण सिमरत सिमरतियाँ हैं वो भी नाम की महिमा करदियाँ, नाम नूं महान कहंदियां। ते कई अर्थ कर लेंदे भी सिमरत वेद पुराण जो क्या वो साडे पल्ले पैण वाला नहीं, वो नहीं है। गुरु ने कहा भी ये नहीं सही है, वो सानू उलझना च पा देंदे हैं। ये बिल्कुल ही गलत अर्थ है, क्योंकि जदों जिहड़े कोई संप्रदावां विचों पढ़ाई करते हैं, पढ़ते हैं, ਜਾਂ कोई शास्त्रियां वेदियां कोलों पढ़ते हैं, जो पढ़िया जाता है वेदां नूं पुराणां नूं, तो पता लगता भी नाम की महानता उन्हां पुराणां विच, नाम की महानता सिमरतियां विच, नाम की महानता वेदां विच, नाम की महानता गीता विच, हर नाम की महानता कुरानां विच, सब थां नाम की महानता दर्शाई है। नाम तो बिना तो किसी ने गल नहीं की, नाम तो बिना कोई भगत नहीं बनया। जिन्हां दे आपां नाम लैने पैगंबरां दे, औलियां दे, बड़े बड़े जिहड़े पीर होए हैं, इन्हां सब ने नाम जपिया तरह तरह के रूप में। वो सब की जिहड़ी महानता नाम करके ही है। नाम महान है, सतगुरु जी ने नाम दे परथाए ये महान ही जिहड़ा पावन पवित्र उपदेश सानू बख्शिया है। भाई बाला जी ने बड़े विस्तार नाल ਸਰੋਤੇ जनां नूं समझाया, जिस करके ਸਰੋਤੇ जनां दे संशय निवृत्त कीते। इत्थे प्रसंग की समाप्ति है जी। इत श्री गुरु नानक प्रकाश ग्रंथे पूरबार दे मछ काल नारद प्रसंग वर्णन नाम 250वां अध्याय। इत्थे श्री गुरु नानक प्रकाश ग्रंथ का जिहड़ा है 52वां अध्याय समाप्त होया, जिहदे विच 35 को तगड़े मछ का प्रसंग आया। नारद भगत जी का, उन्हां दी जो सुपत्नी है कले,
ਉਹਦਾ ਜਿਹੜਾ ਪ੍ਰਸੰਗ ਆਇਆ ਇੱਥੇ ਹੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਜਹ ਹੋਮੈ ਤਹ ਨਾਮ ਨਾ ਬਸਈ, ਜਹਾਂ ਨਾਮ ਤਹ ਹੋਮੈ ਨ ਸਈ। ਕਹੀ ਨ ਜਾਨੋ ਇਹ ਮਮ ਬਾਣੀ, ਪਾਖੀ ਸ੍ਰੀ ਸਤਿਗੁਰੂ ਗਤ ਦਾਨੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰ ਦੇ, ਮਾਛ ਕਲ ਨਾਰਦ ਪ੍ਰਸੰਗ। ਬਲਰੰਗ ਨਾਮ ਦੋਇ 50ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।